ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ, ਗੁਰੂ ਸਵਾਰੇ, ਸਤਸੰਗੀ ਜਣੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੀ ਆਪ ਜੀ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਨਿਤਨੇਮ ਉਪਰੰਤ ਪਵਿੱਤਰ ਆਸਾ ਜੀ ਕੀ ਵਾਰ ਕੇ ਸ਼ਬਦ ਕੀਰਤਨ ਸਰਵਣ ਕਰ ਰਹੇ ਸੀ। ਆਓ ਲੜੀਵਾਰ ਸ਼ਬਦ ਦੀ ਵਿਚਾਰ ਨਾਲ ਜੁੜਨਾ ਕਰੀਏ ਜੀ। ਉਸ ਤੋਂ ਪਹਿਲਾਂ ਆਪਣੀਆਂ ਅਤੇ ਦਾਸਾਂ ਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੋ ਬੁਲੰਦ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੁਰ ਕਾ ਸ਼ਬਦ ਕੋ ਵਿਰਲਾ ਬੂਝੈ, ਆਪ ਮਾਰੇ ਤਾਂ ਤ੍ਰਿਭਵਨ ਸੂਝੈ। ਗੁਰ ਕਾ ਸ਼ਬਦ ਕੋ ਵਿਰਲਾ ਬੂਝੈ, ਆਪ ਮਾਰੇ ਤਾਂ ਤ੍ਰਿਭਵਨ ਸੂਝੈ। ਫਿਰਿਓ ਮਰੈ ਨ ਮਰਨਾ ਹੋਵੈ, ਸਹਜੇ ਸਚ ਸਮਾਵਣਿਆ। ਮਾਇਆ ਮਹਿ ਫਿਰ ਚਿਤ ਨ ਲਾਏ, ਗੁਰ ਕੈ ਸ਼ਬਦ ਸਦ ਰਹਿ ਸਮਾਏ। ਸੱਚ ਸਲਾਹੇ ਸਭ ਘਟ ਅੰਤਰ, ਸੱਚੋ ਸੱਚ ਸੁਹਾਵਣਿਆ। ਸੱਚ ਸਲਾਹੇ ਸਭ ਘਟ ਅੰਤਰ, ਸੱਚੋ ਸੱਚ ਸੁਹਾਵਣਿਆ। ਵਾਹਿਗੁਰੂ। ਇਹ ਪਵਿੱਤਰ ਬਚਨ ਤੀਸਰੇ ਪਾਤਸ਼ਾਹ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਸ਼੍ਰੀ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗ 120 ਉੱਪਰ ਸੁਭਾਏਮਾਨ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਸੀ ਪਿਛਲੇ ਸ਼ਬਦ ਵਿੱਚ ਕਿ ਸਾਰੀ ਸ੍ਰਿਸ਼ਟੀ ਪਰਮੇਸ਼ਰ ਨੇ ਹੀ ਸਾਜੀ ਹੈ ਔਰ ਸਾਰੀ ਸ੍ਰਿਸ਼ਟੀ ਵਿੱਚ ਉਹ ਆਪ ਹੀ ਵੜ ਕੇ ਬੈਠਾ ਹੈ, ਆਪ ਹੀ ਸਾਰੀਆਂ ਖੇਡਾਂ ਕਰ ਰਿਹਾ ਹੈ। ਵਰਨ ਰੂਪ ਵਰਤੈ ਸਭ ਤੇਰੇ, ਮਰ ਮਰ ਜੰਮੈ ਫਿਰ ਪਵੈ ਕਨੇਰੇ। ਵਰਨ ਹੁੰਦੀ ਹੈ ਜਾਤ, ਜਾਤ ਤੋਂ ਭਾਵ ਹੈ ਪਸ਼ੂ ਪੰਛੀ ਮਨੁੱਖ। ਇਹ ਜਾਤ ਮਨੁੱਖ ਦੀ ਬਣਾਈ ਹੋਈ ਜਾਤ ਨਹੀਂ ਹੈ, ਇਹਨੂੰ ਜਾਤ ਨਹੀਂ ਕਹਿ ਸਕਦੇ। ਅੰਡ ਜੇਰ ਸੇਤਜ ਉਤਪੁਜ, ਚਾਰ ਤਰ੍ਹਾਂ ਦੇ ਨਾਲ ਜੋ ਸ੍ਰਿਸ਼ਟੀ ਪੈਦਾ ਕੀਤੀ ਹੈ, ਆਂਡਿਆਂ ਤੋਂ ਪੰਛੀ, ਜੇਰ ਤੋਂ ਮਨੁੱਖ ਤੇ ਪਸ਼ੂ, ਸੇਤਜ ਮੈਲ ਤੋਂ ਜਿਵੇਂ ਜੂਆਂ ਆਦਿ, ਪਿੱਸੂ ਆਦਿ, ਉਤਪੁਜ ਮਿੱਟੀ ਧਰਤੀ ਮਿੱਟੀ ਦੇ ਵਿੱਚੋਂ ਗੰਡੋਏ ਆਦਿ, ਤੇ ਆਹ ਸਾਡੀਆਂ ਫਸਲਾਂ ਬਨਸਪਤੀ, ਇਹ ਸਾਰੀਆਂ ਜੂਨਾਂ ਹਨ। ਇਹ ਚਾਰ ਜਾਤਾਂ ਪਰਮੇਸ਼ਰ ਨੇ ਬਣਾਈਆਂ। ਜਿਹੜੀਆਂ ਸਵਾਰਥੀ ਲੋਕਾਂ ਨੇ ਸੰਸਾਰ 'ਚ ਜਾਤਾਂ ਬਣਾਈਆਂ, ਇਹ ਨਹੀਂ ਹੈ, ਇਹ ਤਾਂ ਕੰਮਾਂ ਦੇ ਨਾਂ ਹੈ। ਲੋਹਾਰ ਲੋਹੇ ਦਾ ਕੰਮ ਕਰਦਾ ਸੀ, ਘੁਮਿਆਰ ਘੁੰਮਦੇ ਹੋਏ ਚੱਕ 'ਤੇ ਮਿੱਟੀ ਦੇ ਘੜੇ ਬਣਾਉਂਦਾ ਸੀ, ਸੁਨਿਆਰ ਸੋਨਾ ਘੜਦਾ ਸੀ, ਤਾਂ ਕਰਕੇ ਆ। ਇਹ ਜਾਤਾਂ ਨਹੀਂ ਹੈ, ਇਹਨਾਂ ਨੂੰ ਤਾਂ 10ਵੇਂ ਪਾਤਸ਼ਾਹ ਨੇ ਕੱਟਿਆ। ਮਾਨਸ ਕੀ ਜਾਤ ਸਭੈ ਏਕੇ ਪਹਿਚਾਨਵੋ, ਕਰਤਾ ਕਰੀਮ ਸੋਈ ਰਾਜ ਕਰ ਰਹੀਮ ਹੋਈ। ਦੂਸਰੋ ਨਾ ਭੇਦ ਕੋਈ ਭੂਲ ਭਰਮ ਮਾਨਵੋ। ਜ਼ਿਮੀਂਦਾਰ ਜੋ ਜ਼ਮੀਨ ਦੇ ਨਾਲ ਜੁੜਿਆ ਹੋਇਆ, ਭਾਵ ਜ਼ਮੀਨ ਵਾਹੁੰਦਾ, ਖੇਤੀਬਾੜੀ ਕਰਦਾ। ਇਸ ਤਰ੍ਹਾਂ ਇਹ ਜਾਤਾਂ ਨਹੀਂ ਆ ਅਸਲ ਦੇ ਵਿੱਚ, ਇਹ ਤਾਂ ਕੰਮਾਂ ਦੇ ਨਾਮ ਸੀ। ਹੌਲੀ ਹੌਲੀ ਜਾ ਕੇ ਅੱਗੇ ਜਾ ਕੇ ਸਵਾਰਥੀ ਲੋਕਾਂ ਨੇ ਇਹਨਾਂ ਨੂੰ ਜਾਤਾਂ ਦਾ ਰੂਪ ਦੇ ਦਿੱਤਾ। ਤੋ ਵਰਨ ਤੋਂ ਭਾਵ ਹੈ ਚਾਰ ਤਰ੍ਹਾਂ ਨਾਲ ਸ੍ਰਿਸ਼ਟੀ ਬਣਾਈ, ਜੜੀ ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ। ਕਰ ਕਰ ਵੇਖਿਆ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ।
ਉਹ ਪਰਮੇਸ਼ਰ ਨੇ ਇਹ ਸ੍ਰਿਸ਼ਟੀ ਬਣਾਈ, ਵਰਨ ਰੂਪ ਵਰਤੈ ਸਭ ਤੇਰੇ, ਮਰ ਮਰ ਜੰਮੈ ਸਭ ਫਿਰ ਪਵੈ ਕਨੇਰੇ, ਤੂੰ ਆਪੇ ਏਕੋ ਨਿਹਚਲ ਅਗਮ ਅਪਾਰਾ, ਗੁਰਮਤੀ ਬੂਝ ਬੁਝਾਵਣਿਆ। ਤੂੰ ਆਪ ਹੀ ਸਾਰਿਆਂ ਵਿੱਚ ਵਰਤ ਰਿਹਾ ਹੈ, ਇਹ ਸਾਰੀ ਤੇਰੀ ਬਣਾਈ ਹੋਈ ਖੇਡ ਹੈ। ਜਿਨ ਉਪਾਈ ਰੰਗ ਰਵਾਈ, ਬੈਠਾ ਵੇਖੈ ਵਖ ਅਕੇਲਾ। ਹੁਣ ਇਸ ਖੇਡ ਨੂੰ ਸਮਝਣ ਵਾਸਤੇ ਸਾਨੂੰ ਕੀ ਕਰਨਾ ਪਊਗਾ? ਗੁਰੂ ਦੀ ਬਾਣੀ ਨੂੰ ਸਮਝਣਾ ਪਊਗਾ। ਗੁਰਬਾਣੀ ਨੂੰ ਸਮਝਣ ਵਾਸਤੇ ਸਾਨੂੰ ਗੁਰਬਾਣੀ ਨੂੰ ਪੜ੍ਹਨਾ ਪਊਗਾ, ਵਿਚਾਰਨਾ ਪਊਗਾ, ਜਾਂ ਫਿਰ ਸੁਣਨਾ ਪਊਗਾ। ਗੁਰਬਾਣੀ ਦੇ ਵਿੱਚ ਸਭ ਕੁਝ ਰੱਖਿਆ ਹੋਇਆ। ਐਸੀਆਂ ਐਸੀਆਂ ਚੀਜ਼ਾਂ ਗੁਰਬਾਣੀ ਵਿੱਚ ਹਾਲੇ ਵੀ ਪਈਆਂ ਜਿਹੜੀਆਂ ਸਾਇੰਸਦਾਨਾਂ ਨੂੰ ਪਤਾ ਨਹੀਂ ਲੱਗੀਆਂ, ਅਤੇ ਜਦੋਂ ਪਤਾ ਲੱਗਦੀ ਹੈ ਫਿਰ ਕਹਿੰਦੇ ਯਾਰ ਇਹ ਤਾਂ ਗੁਰਬਾਣੀ ਵਿੱਚ ਲਿਖਿਆ ਹੋਇਆ। ਤੋ ਅੱਜ ਦੇ ਸ਼ਬਦ ਵਿੱਚ ਪ੍ਰੀਤਮ ਜੀ ਕੀ ਕਹਿ ਰਹੇ ਹਨ? ਗੁਰ ਕਾ ਸ਼ਬਦ ਕੋ ਬਿਰਲਾ ਬੂਝੈ। ਗੁਰੂ ਦੇ ਸ਼ਬਦ ਨੂੰ ਕੋਈ ਬਿਰਲਾ ਸਮਝਦਾ ਹੈ, ਬਿਰਲਾ ਬੁੱਝਦਾ ਹੈ, ਬਿਰਲਾ ਜਾਣਨਾ ਕਰਦਾ ਹੈ। ਤੇ ਇਹਨੂੰ ਸਮਝਣ ਵਾਸਤੇ ਆਪਣੇ ਆਪ ਨੂੰ ਮਾਰਨਾ ਪੈਂਦਾ, ਭਾਵ ਆਪਣੀ ਮੱਤ ਛੱਡਣੀ ਪੈਂਦੀ ਆ। ਮਾਰਨ ਤੋਂ ਭਾਵ ਆਪਣੀ ਮਨਮਤ ਛੱਡ ਕੇ ਫਿਰ ਗੁਰਮਤ ਨਾਲ ਸੋਚਣਾ ਪੈਂਦਾ। ਜਿੰਨਾ ਚਿਰ ਮਨੁੱਖ ਆਪਣੇ ਹੰਕਾਰ ਨੂੰ ਨਹੀਂ ਮਾਰਦਾ, ਆਪਣੀ ਮੱਤ ਨੂੰ ਨਹੀਂ ਛੱਡਦਾ, ਉਹਨਾਂ ਚਿਰ ਸਮਝ ਨਹੀਂ ਆਉਣੀ ਗੁਰਬਾਣੀ ਦੀ। ਗੁਰਬਾਣੀ ਦੀ ਸਮਝ ਆਉਣੀ ਆ ਆਤਮ ਸਮਰਪਣ ਕਰਕੇ, ਅਤੇ ਜਿੱਦੇ ਸਮਝ ਆ ਗਈ ਨਾ ਤੁਹਾਨੂੰ, ਫਿਰ ਤੁਸੀਂ ਮਰੋਗੇ ਨਹੀਂ। ਪ੍ਰੀਤਮ ਜੀ ਕਹਿੰਦੇ ਅੱਜ ਦੇ ਸ਼ਬਦ ਵਿੱਚ ਜੋ ਆਪਾਂ ਨੇ ਅਗਲਾ ਚੌਥਾ ਪਦਾ ਸਰਵਣ ਕੀਤਾ, ਗੁਰ ਕਾ ਸ਼ਬਦ ਕੋ ਵਿਰਲਾ ਬੂਝੈ, ਆਪ ਮਾਰੇ ਤਾਂ ਤੇ ਭਵਨ ਸੂਝੈ। ਭਾਵ ਆਪਣੇ ਆਪ ਨੂੰ ਖਤਮ ਕਰਕੇ ਮਿਟਾ ਦੇ ਆਪਣੀ ਹਸਤੀ। ਅਗਰ ਕੁਝ ਮਰਤਬਾ ਚਾਹੇ, जैसे कि दाना खाक में मिलकर गुले गुलजार होता है। जिमें दाना मिट्टी विच मिल के अपने वर्गे बेअंत पैदा कर जाता, इस तरह ही तू भी अपनी हस्ती भाव हंकार नूं मिटा दे, मैं मेरी छड्ड दे, मन की मत छड्ड दे, फिर तैनूं इस गल की समझ आउणी आ। गुर का शब्द को बिरला बूझै, आप मारे तां त्रै भवन सूझै। ਜੇ ਆਪਣੇ ਆਪ ਨੂੰ ਖਤਮ ਕਰ ਲਿਆ, ਤਿੰਨਾਂ ਲੋਕਾਂ ਦੀ ਸਮਝ ਆ ਜੂ। ਜਿਨ੍ਹਾਂ 'ਚ ਸਾਡੀ ਮੈਂ ਵਿੱਚ ਫਸੀ ਆ, ਉਹਨਾਂ 'ਚ ਕੁਝ ਨਹੀਂ ਸਮਝ ਆਉਂਦਾ। ਇਹ ਪੰਜ ਵਿਕਾਰ ਹੈ ਜਿਹੜੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਜਿੰਨਾ ਚਿਰ ਮਨੁੱਖ ਦੇ ਵਿੱਚ ਇਹਨਾਂ ਦਾ ਵਸ ਹੈ, ਜਿੰਨਾ ਚਿਰ ਮਨੁੱਖ ਇਹਨਾਂ ਨੂੰ ਵਰਤਦਾ, ਇਹਨਾਂ ਦੇ ਮੁਤਾਬਕ ਚੱਲਦਾ, ਉਹਨਾਂ ਚਿਰ ਇਹਦੀ ਮੱਤ 'ਤੇ ਪੜਦਾ ਪਿਆ ਰਹਿੰਦਾ, ਇਹਨੂੰ ਕੁਛ ਵੀ ਸੁੱਝਦਾ ਨਹੀਂ। ਮਾਰ ਲਓ ਨਿਗਾਹ, ਗੁੱਸੇ ਦੇ ਵਿੱਚ ਕੋਈ ਸੁੱਝਦਾ ਨਹੀਂ। ਗੁੱਸਾ ਕਦੇ ਆਇਆ ਹੋਣਾ ਸਾਨੂੰ, ਅਤੇ ਗੁੱਸੇ ਦੇ ਵਿੱਚ ਹੀ ਤਾਂ ਮਨੁੱਖ ਸਕੇ ਭਰਾ ਤੱਕ ਨੂੰ ਵੱਢ ਦਿੰਦਾ ਪਾਣੀ ਦੀ ਵਾਰੀ ਪਿੱਛੇ। ਕਹੋ ਸਤਨਾਮ ਸ੍ਰੀ, ਅਤੇ ਫਿਰ ਗੁੱਸਾ ਲੈ ਜਾਂਦਾ, ਅਤੇ ਗੁੱਸਾ ਲੈਣ ਤੋਂ ਬਾਅਦ ਅਕਲ ਆਉਂਦੀ ਹੈ, ਮੈਂ ਇਹ ਕੀ ਕਰਤਾ, ਆ ਤਾਂ ਕੰਮ ਖਰਾਬ ਕਰ ਲਿਆ ਮੈਂ। ਇਸੇ ਤਰ੍ਹਾਂ ਹੀ ਹੰਕਾਰ ਕੰਮ ਕਰਦਾ, ਇਸੇ ਤਰ੍ਹਾਂ ਹੀ ਕਾਮ ਵਾਸ਼ਨਾ। ਜਦੋਂ ਕਿਸੇ ਮਨੁੱਖ 'ਤੇ ਕਾਮ ਵਾਸ਼ਨਾ ਭਾਰੂ ਪੈ ਜਾਂਦੀ ਹੈ, ਪਤਾ ਨਹੀਂ ਕਿਤਨੀ ਇਸਤਰੀਆਂ ਦੀ ਬੇਅਦਬੀ ਕਰ ਦੇਵੇ, ਫਿਰ ਜਦੋਂ ਉਹਨੂੰ ਸਜ਼ਾ ਦਿੱਤੀ ਜਾਂਦੀ ਹੈ, ਡੰਡੇ ਪੈਂਦੇ ਆ, ਫਿਰ ਪਤਾ ਲੱਗਦਾ ਕਿ ਮੈਂ ਗਲਤ ਕੀਤਾ। ਕਹੋ ਸਤਨਾਮ ਸ੍ਰੀ। ਮਤਲਬ ਪੰਜੇ ਵਿਕਾਰ। ਬੱਚਿਆਂ ਦੇ ਮੋਹ ਵਿੱਚ ਦੂਜਿਆਂ ਨੂੰ ਠੱਗੀਆਂ ਮਾਰਦਾ, ਮੈਂ ਆਪਦੇ ਬੱਚਿਆਂ ਨੂੰ ਲਿਜਾ ਕੇ ਦੇਊਂਗਾ। ਇਸੇ ਤਰ੍ਹਾਂ ਲੋਭ ਲਾਲਚ ਵਿੱਚ ਕਰਦਾ, ਇਸੇ ਤਰ੍ਹਾਂ ਮੋਹ ਵਿੱਚ ਕਰਦਾ, ਇਸੇ ਤਰ੍ਹਾਂ ਹੀ ਹੰਕਾਰ ਦੇ ਵਿੱਚ। ਜਿਨ੍ਹਾਂ ਦੇ ਹੱਥ ਕੁਰਸੀ ਆ ਜਾਂਦੀ ਆ, ਉਹਨਾਂ ਨੂੰ ਹੰਕਾਰ ਹੋ ਜਾਂਦਾ, ਹੁਣ ਸਾਡਾ ਹੁਕਮ ਚੱਲੂਗਾ, ਸਾਡੀ ਮਰਜ਼ੀ ਚੱਲੂਗੀ, ਕਿਵੇਂ ਹੋ ਸਕਦਾ, ਫਲਾਨਾ ਕਿਵੇਂ ਕਰ ਸਕਦਾ। ਮਤਲਬ ਕਿ ਪੰਜੇ ਵਿਕਾਰ ਸਾਡੀ ਦਿਮਾਗ 'ਤੇ ਪਰਦਾ ਪਾ ਦਿੰਦੇ ਆ, ਸਾਡੀਆਂ ਗਿਆਨ ਇੰਦਰੀਆਂ 'ਤੇ ਪਰਦਾ ਪਾ ਦਿੰਦੇ ਆ। ਕੁਛ ਨਹੀਂ ਸੁੱਝਦਾ ਫਿਰ ਮਨੁੱਖ ਨੂੰ, ਇਸ ਕਰਕੇ ਇੱਧਰੋਂ ਮਰਨਾ ਪੈਣਾ। ਕਹੋ ਸਤਨਾਮ। ਫਿਰ ਸੁੱਝੂਗੀ ਬਾਣੀ, ਫਿਰ ਬਾਣੀ ਦੀ ਸਮਝ ਆਊਗੀ। ਪਾਤਸ਼ਾਹ ਜੀ ਕਹਿੰਦੇ ਆਪ ਮਾਰੇ ਤਾਂ
ਤ੍ਰੈ ਭਵਨ ਸੁਝੈ। ਫਿਰ ਤਿੰਨਾਂ ਲੋਕਾਂ ਦੀ ਸਮਝ ਆ ਜੂ, ਆਪਣੇ ਆਪ ਨੂੰ ਵਿੱਚੋਂ ਕੱਢ ਕੇ, ਆਪਣੇ ਆਪ ਨੂੰ ਮਾਰ ਕੇ। ਤੇ ਜਦੋਂ ਸਮਝ ਆ ਗਈ ਨਾ, ਫਿਰ ਨੂੰ ਇਹ ਸਮਝ ਵੀ ਆ ਜਾਓ ਕਿ ਮੈਂ ਮਰਦਾ ਨਹੀਂ। ਮਰਦੇ ਤਾਂ ਵੈਸੇ ਆਪਾਂ ਹੈ ਨਹੀਂ, ਪਰ ਆਪਾਂ ਨੂੰ ਮੌਤ ਦਾ ਖਤਰਾ ਬਣਿਆ ਆ ਵੀ ਮਰ ਗਏ। ਜਦੋਂ ਸਰੀਰ ਛੱਡਦਾ ਕੋਈ ਤਾਂ ਆਪਾਂ ਕਹਿੰਦੇ ਮਰ ਗਿਆ, ਪਰ ਜਿਹਨੂੰ ਤੁਸੀਂ ਮਰ ਗਿਆ ਕਹਿੰਦੇ ਹੋ, ਉਹ ਗਿਆ, ਚਲਿਆ ਗਿਆ ਸਰੀਰ 'ਚੋਂ ਨਿਕਲ ਕੇ, ਮਰਿਆ ਨਹੀਂ। ਜੇ ਸਰੀਰ ਦੀ ਗੱਲ ਕਰਦੇ ਹੋ ਤੁਹਾਡੇ ਕੋਲ ਪਿਆ, ਤੇ ਇਹਦੇ ਵਿੱਚੋਂ ਬੋਲਣ ਵਾਲਾ ਨਿਕਲ ਗਿਆ, ਉਹ ਨਿਕਲ ਗਿਆ, ਉਹ ਮਰਿਆ ਨਹੀਂ, ਉਹ ਚਲਿਆ ਗਿਆ। ਪੰਜੇ ਤੱਤ ਉਹਨੇ ਮਾਤ ਲੋਕ 'ਚੋਂ ਲਏ ਸੀ, ਮਾਂ ਤੋਂ ਲਏ ਸੀ, ਪਿਤਾ ਤੋਂ ਲਏ ਸੀ। ਅੱਗ, ਮਿੱਟੀ, ਪਾਣੀ, ਹਵਾ, ਆਕਾਸ਼, ਇਹ ਪੰਜ ਤੱਤ ਜਿਹੜੇ ਸਰੀਰ ਨੂੰ ਲੱਗੇ ਹਨ ਸਾਡੇ ਨੂੰ, ਇਹ ਅਸੀਂ ਮਾਤ ਲੋਕ 'ਚੋਂ ਹੀ ਆ ਕੇ ਲਏ ਆ। ਆਏ ਤਾਂ ਕਿਤੋਂ ਹੋਰ ਆ ਆਪਾਂ। ਮਾਂ ਦੇ ਉਦਰ ਵਿੱਚ ਆਈ ਜੋਤ, ਆਤਮਾ ਆਈ, ਤੇ ਮਾਤਾ ਪਿਤਾ ਦੇ ਰਾਹੀਂ ਪਰਮੇਸ਼ਰ ਨੇ ਉਸ ਆਤਮਾ ਨੂੰ ਇੱਕ ਸਰੀਰ ਦਿੱਤਾ। ਤੇ ਜਿਹੜਾ ਮਾਂ ਪਿਓ ਨੇ ਵੀ ਇਹ ਮਿੱਟੀ 'ਚੋਂ ਪ੍ਰਾਪਤ ਕੀਤਾ। ਕਿਵੇਂ ਭਲਾ? ਮਿੱਟੀ 'ਚੋਂ ਉਗਰੇ ਹੋਏ ਫਲ ਫਰੂਟ, ਕਣਕ ਖਾਧੀ, ਖੁਰਾਕ ਖਾਧੀ, ਮਿੱਟੀ 'ਚੋਂ ਪੈਦਾ ਹੋਈ, ਤੇ ਉਸ ਖੁਰਾਕ ਤੋਂ ਹੀ ਸਾਡੀ ਬਾਡੀ ਬਣੀ ਆ। ਕੋ ਸਤਨਾਮ ਪੰਜਾਂ ਤੱਤਾਂ ਨੂੰ, ਸਰੀਰ ਨੂੰ ਜੋ ਲੱਗੇ ਆ ਪੰਜਾਂ ਤੱਤਾਂ ਦੇ ਰੂਪ 'ਚ, ਸਭ ਕੁਝ ਇੱਥੋਂ ਧਰਤੀ 'ਚੋਂ ਹੀ ਮਿਲਿਆ। ਤੇ ਅਖੀਰ ਸੰਸਕਾਰ ਕਰ ਦਿੰਦੇ ਆ ਤੇ ਮਿੱਟੀ 'ਚ ਹੀ ਮਿਲ ਜਾਂਦਾ। ਨੌਵੇਂ ਪਾਤਸ਼ਾਹ ਨੇ ਕਿਹਾ, ਪਵਨੇ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਨਾਲ ਜਾਇਆ, ਮਾਟੀ ਮਾਟੀ ਹੋਈ ਏਕ ਰੋਵਣ ਹਾਰੇ ਕਵਨ ਟੇ। ਕੌਣ ਮਰਿਆ ਫਿਰ? ਭਾ ਮਰਿਆ ਕੋਈ ਨਹੀਂ। ਪਾਣੀ ਉੱਡ ਗਿਆ, ਜਦੋਂ ਅੱਗ ਦੇ ਵਿੱਚ ਸੰਸਕਾਰ ਕੀਤਾ ਤੇ ਪਾਣੀ ਭਾਫ ਬਣ ਕੇ ਉੱਡ ਗਿਆ ਸਰੀਰ 'ਚੋਂ। ਉਹ ਗਾਂਹ ਜਾ ਕੇ ਪਾਣੀ 'ਚ ਮਿਲ ਜੂਗਾ, ਅੱਗੇ ਜਾ ਕੇ ਠੰਡਾ ਹੋ ਕੇ ਫਿਰ ਪਾਣੀ ਬਣ ਜੂਗਾ। ਜਿਹੜਾ ਮਿੱਟੀ ਲੱਗੀ ਹੈ ਸਰੀਰ ਨੂੰ, ਹੱਡ ਆਦਿ ਹੈ ਮਿੱਟੀ ਤੋਂ ਬਣੇ ਆ, ਇਹ ਸਾਰੇ ਮਿੱਟੀ ਦੇ ਵਿੱਚ ਮਿਲ ਜਾਣਗੇ ਸਵਾਹ ਬਣ ਕੇ। ਅਗਨੀ ਜਿਹੜੀ ਹੈ, ਅਗਨੀ ਤੱਤ ਉਹ ਅੱਗ ਵਿੱਚ ਮਿਲ ਜੂਗਾ। ਇਸ ਤਰ੍ਹਾਂ ਇਹ ਪੰਜੇ ਤੱਤ ਆਪੋ ਆਪਣੇ ਵਿੱਚ ਮਿਲ ਜਾਣਗੇ। ਤੇ ਜਿਹੜਾ ਵਿੱਚ ਬੋਲਦਾ ਸੀ ਉਹ ਨਿਕਲ ਗਿਆ, ਉਹ ਮਰਿਆ ਨਹੀਂ ਗਾ। ਸਿੱਧਾ ਨੇ ਪੁੱਛਿਆ ਬਾਬੇ ਨਾਨਕ ਨੂੰ, ਚੰਗਾ ਬਾਲੇ ਇਹ ਦੱਸ ਮਰਿਆ ਕੌਣ ਆ? ਬਾਬਾ ਜੀ ਦੀ ਛੋਟੀ ਉਮਰ ਕਰਕੇ ਉਹਨਾਂ ਨੂੰ ਬਾਲਾ ਜਾਂ ਬਾਲਕਾ ਕਹਿੰਦੇ ਸੀ। ਇਸ ਕਰਕੇ ਕਹਿੰਦੇ ਇਹ ਦੱਸ ਮਰਿਆ ਕੌਣ? ਤੇ ਬਾਬਾ ਜੀ ਕਹਿੰਦੇ ਤੁਹਾਡੀ ਮਾਂ ਭਾਵ ਤੁਹਾਡਾ ਗੁਰੂ ਜਿਹੜਾ, ਉਹਨੂੰ ਅਕਲ ਨਹੀਂ, ਉਹਨੇ ਤੁਹਾਡੇ ਉਹਨੇ ਕੰਨ ਪੜ ਕੇ ਮੁੰਦਰਾਂ ਪਾਤੀਆਂ, ਤੁਹਾਨੂੰ ਦੱਸਿਆ ਨਹੀਂ ਕੌਣ ਮਰਦਾ। ਬੋਲੀ ਕੀ ਹੈ ਪਾਤਸ਼ਾਹ ਜੀ ਦੀ ਬਚਨ ਬਾਣੀ 'ਚ? ਕਿਵੇਂ ਆ? ਤੇਰੀ ਮਾਂ ਕੁਚੱਜੀ ਆਹੀ, ਬਾਸਣ ਧੋਏ ਨਾ ਦੁੱਧ ਜਵਾਹੀ। ਉਹ ਬੁੜੀਆਂ ਨੂੰ ਕੁਚੱਜੀਆਂ ਕਹਿੰਦੇ ਆ, ਜਿਹੜੀਆਂ ਪਿੰਡਾਂ ਦੇ ਵਿੱਚ ਦੁੱਧ ਜਮਾਉਂਦੀਆਂ ਨਾ। ਇੱਕ ਆਲਸੀ ਬੁੜੀ ਹੁੰਦੀ ਆ, ਉਹ ਚੰਗੀ ਤਰ੍ਹਾਂ ਧੋਂਦੀ ਨਹੀਂ ਡਿੜਕਣੇ ਨੂੰ, ਉਹ ਇੱਕ ਝੱਲ ਕੇ ਜੇ ਦੁਬਾਰੇ ਫਿਰ ਨਵਾਂ ਦੁੱਧ ਪਾ ਕੇ ਜਮਾ ਦਿੰਦੀ ਆ। 3-4 ਦਿਨ ਨਾ ਧੋਤਾ ਜਾਵੇ ਤੇ ਉਹ ਦਹੀਂ ਜਿਹੜੀ ਹੈ ਇੰਨੀ ਖੱਟੀ ਹੋ ਜਾਂਦੀ ਹੈ, ਖਾਣ ਦੇ ਯੋਗ ਨਹੀਂ ਰਹਿੰਦੀ। ਉਹਨੂੰ ਕੁਚੱਜੀ ਕਹਿੰਦੇ ਆ, ਜਿਹੜੀ ਕੰਮ ਕਰਨ 'ਚ ਆਲਸੀ ਹੋਵੇ ਜਾਂ ਫਿਰ ਜਿਹਨੂੰ ਗਿਆਨ ਨਾ ਹੋਵੇ। ਤੇ ਸਤਿਗੁਰੂ ਪਾਤਸ਼ਾਹ ਜੀ ਯੋਗੀਆਂ ਨੂੰ ਕਹਿੰਦੇ, ਤੁਹਾਡੀ ਮਾਂ ਭਾਵ ਗੁਰੂ ਗੋਰਖਨਾਥ ਕੁਚੱਜੀ ਇਸਤਰੀ ਵਰਗਾ ਹੈ, ਜਿਸ ਨੇ ਤੁਹਾਨੂੰ ਗਿਆਨ ਦੇਣਾ ਸੀ ਪਹਿਲਾਂ, ਫਿਰ ਤੁਹਾਨੂੰ ਆਪਣਾ ਚੇਲਾ ਬੁਣਦਾ। ਗੁਰੂਆਂ ਨੇ ਗਿਆਨ ਦੇਣ ਤੋਂ ਪਹਿਲਾਂ ਬਾਬੇ ਨਾਨਕ ਦੀ ਸੇਵਾ ਲਹਿਣਾ ਜੀ ਨੇ ਕਿੰਨਾ ਚਿਰ ਕੀਤੀ? ਲਹਿਣਾ ਜੀ ਦੀ ਸੇਵਾ ਅਮਰਦਾਸ ਜੀ ਨੇ 12 ਸਾਲ ਕੀਤੀ। ਅਮਰਦਾਸ ਜੀ ਦੀ ਸੇਵਾ ਬਾਬਾ ਜੇਠਾ ਜੀ ਨੇ, ਗੁਰੂ ਰਾਮਦਾਸ ਜੀ ਨੇ ਕਿੰਨਾ ਚਿਰ ਕੀਤੀ? ਫਿਰ ਕਿਤੇ ਉਹਨਾਂ ਨੂੰ ਸਮਝ ਆਈ ਅਸਲੀਅਤ ਦੀ। ਤੇ ਬਹੁਤੇ ਜਿਹੜੇ ਆਪਣੇ ਧਰਮ ਦੀ ਭਾਵ ਆਪਣੇ ਪੰਥ ਦੀ, ਆਪਣੇ ਚਲਾਏ ਹੋਏ ਮਾਰਗ ਦੀ ਗਿਣਤੀ ਵਧਾਉਣੀ ਚਾਹੁੰਦੇ ਹੋ, ਐਵੇਂ ਜਾਣੇ ਖਾਣੇ ਨੂੰ ਵੱਢ ਵੱਢ ਕੇ ਚੇਲਾ ਬਣਾਈ ਜਾਂਦੇ ਆ। ਕਹੋ ਸਤਨਾਮ ਸ੍ਰੀ। ਕਿਸੇ ਨੇ ਕੰਨ ਪਾੜ ਕੇ ਮੁੰਦਰਾਂ ਪਾਤੀਆਂ, ਘੋਣ ਮੋਹਣ ਕਰਤਾ, ਕਿਸੇ ਨੇ ਸਿਰ ਦੇ ਕੇਸ ਕਟਾ ਕੇ ਟੋਪੀ ਦੇਤੀ ਤੇ ਦਾੜੀ ਮੁੱਛਾਂ ਰਖਾਤੀਆਂ, ਕਿਸੇ ਨੇ ਸਭ ਕੁਝ ਘੋਣ ਮੋਹਣ ਕਰਤਾ। ਅੱਜ ਤਾਂ ਧਰਮ ਤਾਂ ਵੈਸੇ ਇੱਕੋ ਹੀ ਹੈ, ਮਾਨਸਿਕੀ ਜਾਤ, ਇਹ ਧਰਮ ਹੈ। ਸਰਬ ਧਰਮ ਹੈ ਸ਼੍ਰੇਸ਼ਟ ਧਰਮ, ਹਰ ਕੋ ਨਾਪ ਜਨ ਨਿਰਮਲ ਕਰਮ, ਇਹ ਧਰਮ ਹੈ। ਪਰ ਦੁਨੀਆ ਵਿੱਚ ਅੱਜ ਇੱਟ ਚੱਕੇ ਤੋਂ ਧਰਮ ਨਿਕਲਦਾ। ਕਹੋ ਸਤਨਾਮ। ਨਵੇਂ ਧਰਮ ਨਹੀਂ ਆ, ਉਹ ਪਖੰਡਬਾਜ਼ੀ ਆ।
बस अपने पैरोकारां दी अपने चेलियां दी गिनती ਵਧਾਉਣ वास्ते ज्ञान किसी नूं है ही नहीं, ना दिंदे आ, मगर लाई जाते हैं। पर अखीर ते हालत हुंदी आ उन्हां दी जदों फिर खुद गुरु वाले बने नहीं तो लोकां नूं गुरु वाले बन के उन्हां दा भार अपने सिर ते चकदे आ। इस करके मरना पैंदा दुनिया वल्लों, मरना पैंदा मनमत वल्लों, मनमत छड्डनी पैंदी है, फिर गुरमत दी समझ आउंदी है। प्रीतम जी कहते गुर का शब्द, गुर का शब्द को बिरला बूझै, आप मारे तां त्रिभुवन सूझै, फिर ओ मरै न मरना होवै, सहजे सच समावणिया। उन्होंने सच की समझ आ गई, फिर दोबारा वो टेढ़ियां जूनां विच नहीं जाता, जमन वन विच नहीं जाता, फिर सहजे सहजे वो सच विच मिल जाता है। खोज करदा करदा अखीर परमेश्वर विच मिल जाता, वो अमर हो जाता है। ना परमेश्वर मरदा ना वो मरदा। जिवें प्रीतम ने बाणी च लिखिया, नौवें प्रीतम जी ने, नाम रहियो साधु रहियो, रहियो गुर गोबिंद, कहो नानके जगत में किन जपियो गुरमंत। जिन्हां ने इत्थे आके गुरमंतर नूं जपना कीता वो भी सदा रहणगे। जिवें कबीर साहब वर्गे 15 भगत जो गुरबाणी विच दर्ज हन, जां गुरबाणी तो बाहर भी जिहड़े नाम जपण वालियां रूहां हन, उन्हां नूं आपां अज तक जाणदे हां। मीरा बाई वर्गियां, भगत कबीर साहब जी, भगत नाम ने, इन्हें क्यों जानते हैं? क्योंकि ये उस एक दे विच मिल चुके सी, समा चुके सी एक दे विच, ते दुनिया विचों अमर हो गए। हुण वो जम्मन मरण विच नहीं गए। तो मेरे प्रीतम जी कहते, आप मारे तां त्रिभुवन सूझे, फिरियो मरै न मरना होवै, सहजे सच समावणिया। माया मैं फिर चित न लाए, फिर उन्हां नूं संसार दे विच खुबदे नहीं। जिवें दुध विच घिओ है, दुध नूं असीं जमाया, दही बन गया, दही रिड़किया, मखनी बन गई, मखनी गर्म कीती, घिओ निकल आया। हुण तुसीं घिओ नूं वापस कासे दे विच मिक्स नहीं कर सकदे। जे उस घिओ नूं दुध विच पा दोगे, दुध विच मिक्स नहीं होगा, क्योंकि निकल चुकिया। उन्होंने सच का पता लग गया, उन्हें झूठ छड़ दिता, सारा अलग हो गया। इस तरह ही जिहड़े मनुख गुरमुख बन के सच की पछाण कर लेंदे आ, मुड़ के वो झूठ नाल नहीं रलदे, वो झूठ तो परे हो जाते आ। माया मैं फिर चित न लाए, वो फिर वापस संसार दे विच झूठ नाल नहीं जुड़ते, वो सच नाल खड़दे, क्योंकि उन्होंने सच की पछाण आ गई। जिस मनुख ने सोना लेना है, जे सोने की पछाण है, फिर पित्तल क्यों लैके जाऊगा? इस तरह ही जिन्हां मनुखां नूं सच की पछाण हो गई, सहजे सच समावणिया। माया मह फिर चित न लाए, गुर के शब्द सद रहै समाए। फिर संसार समुंदर चों उन्हां दी सुरत बाहर निकल जाती है, किनारे हो जाते हैं। तीर्थ नहावन जाओ, तीर्थ नाम है, तीर्थ शब्द विचार अंतर ज्ञान है। तीर का मतलब होंदा किनारा, तीरथ धरती। हुण लोकां ने तीर्थ बना लए, गंगा आदि, हरिद्वार आदि आदि, जमुना सरस्वती नदियां आदि, इन्हां नूं तीर्थ मन लिया। पर इन्हां तीर्थां दा मकसद की सी जिन्हें तुसीं तीर्थ कहने हो? पुराने समयां दे विच सियाणे लोक, महापुरुष, रब दे प्यारे, रब दे बख्शे होए आउंदे सी उन्हां नदियां दे किनारियां ते गृहस्थी लोग अपनी कणक आदि वढ़ के साਂਭ के फसलां कढ़ के फिर 2-3 महीने उदों विहले रखदी सी फसलां नूं, जमीनां नूं। हुण तां आपां मगर दी मगर बीज दिंदे आ ना, चौल वढ़े ते मुड़ के उहदे विच ओड़े करके कणक बीजती आदि आदि। इस तरह तां गुरु प्यारिओ, उन्हां समयां विच लोक बस 2 ही फसलां लैंदे सी, विचाले 2 महीने विहली रहिंदी सी जमीन। उन्हां 2 महीनिਆਂ विच गृहस्थी लोक भी उन्हां महापुरुषां दी संगत करदे सी जाके। ते थां मिथਿਆ होया सीगा गंगा दे किनारे ते हरिद्वार च लखनऊ कन्नी। थां मिथਿਆ होया सीगा कलैत चलांगे, फलाने महीने कलैत विच मेला लावांगे। मेले का मतलब है मिलाप, इकट्ठे होना, कोई सतनाम श्री। इस तरह जगह मिथियां हुई सी ते मिथियां सी दरियावां नदियां दे किनारे, क्योंकि मनुख की मुख लोड़ पानी है,
नदी चों पानी सौखा मिल जूगा, भरना नहीं पऊगा, कहो सतनाम श्री। पर उत्थे हुंदा की सीगा? परमेश्वर की गल, ते परमेश्वर की गल तां पासे हो गई। नहावन चले तीर्थी, मन खोटे तन चोर, तुबियां मार के मुड़ आए, एक पाव लत्थी नहातियां, दो पा चढ़ी असोर, ठगियां फेर शुरू करतियां। फिर इहो ਜਿਹੇ तीर्थां ते जाण दा फायदा की होया? कहो सतनाम श्री। तीर्थां ਦੇ ਜਾਣ ਦਾ ਮਕਸਦ ਸੀਗਾ ਉੱਥੇ ਸਾਧੂਆਂ ਦੀ, ਨਾਮ ਜਪਣ ਵਾਲੀਆਂ ਰੂਹਾਂ ਦੀ ਸੰਗਤ ਕਰਦੇ ਸੀ, ਉੱਥੋਂ ਗਿਆਨ ਲੈ ਕੇ ਆਉਂਦੇ ਸੀ। ਅੱਜ ਗਿਆਨ ਤਾਂ ਕਿਸੇ ਨੂੰ ਪ੍ਰਾਪਤੀ ਨਹੀਂ ਹੋ ਰਿਹਾ, ਨਹਾ ਕੇ ਮੁੜੇ ਆਉਂਦੇ ਆ ਚੁੱਭੀਆਂ ਲਾ ਕੇ। ਕਹੋ ਸਤਨਾਮ ਸ੍ਰੀ। ਗੁਰੂ ਪਾਤਸ਼ਾਹ ਕਿਰਪਾ ਕਰਨ, ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ। ਇੱਥੇ ਵੀ ਤੀਰਥ, ਗੁਰੂ ਘਰ ਦੇ ਵਿੱਚ ਵੀ ਤੀਰਥ ਤਾਂ ਹੈ। ਜੇ ਕੋਈ ਬਾਹਰ ਦੀ ਵਾਰ ਸਰੋਵਰ 'ਚੋਂ ਨਹਾ ਕੇ ਮੁੜ ਜੇ ਤਾਂ ਹੋਰ ਗੱਲ ਹੈ, ਪਰ ਜੇ ਗੁਰੂ ਘਰ ਦੇ ਵਿੱਚ ਬੈਠ ਕੇ ਦਰਬਾਰ ਸਾਹਿਬ 'ਚ 10 ਮਿੰਟ ਬਾਣੀ ਸੁਣੂਗਾ, ਵਿਚਾਰ ਸੁਣੂਗਾ, ਕੀਰਤਨ ਸੁਣੂਗਾ, ਤਾਂ ਹੀ ਸਮਝ ਆਊਗੀ ਨਾ। ਨਹੀਂ ਤਾਂ ਫਿਰ ਜਿਹੋ ਜਿਹਾ ਆਇਆ, ਜਿਹੋ ਜਿਹਾ ਨਾ ਆਇਆ। ਕਹੋ ਸਤਨਾਮ ਸ੍ਰੀ। ਇਸ ਕਰਕੇ ਤੀਰਥ ਦਾ ਮਤਲਬ ਹੈ ਪਰਮੇਸ਼ਰ ਦੇ ਨਾਮ ਦਾ ਗਿਆਨ, ਜਿਹੜਾ ਸਾਨੂੰ ਪਰਮੇਸ਼ਰ ਦੇ ਪਿਆਰਿਆਂ ਤੋਂ ਮਿਲਦਾ ਸੀ। ਤੇ ਗੁਰੂ ਘਰ ਵੀ ਇਸੇ ਤਰਜ਼ 'ਤੇ ਹੀ ਬਣਾਏ ਆ ਸਤਿਗੁਰਾਂ ਨੇ। ਪਾਣੀ ਦੀ ਲੋੜ ਵਾਸਤੇ ਸਰੋਵਰ ਤਿਆਰ ਕੀਤੇ, ਬੌਲੀਆਂ ਤਿਆਰ ਕੀਤੀਆਂ। ਜਿਵੇਂ ਗੋਬਿੰਦਵਾਲ ਸਾਹਿਬ ਪਹਿਲੀ ਵਾਰ ਬੌਲੀ ਲਾਈ ਤੀਜੇ ਪਾਤਸ਼ਾਹ ਜੀ ਨੇ, ਧਰਤੀ ਦਾ ਪਾਣੀ ਜਿਹੜਾ ਸੀਗਾ ਉੱਥੋਂ ਤੱਕ ਪਹੁੰਚ ਕੀਤੀ, ਪਤਾਲਾਂ ਤੱਕ, ਔਰ ਉੱਥੋਂ ਪਾਣੀ ਮਿਲਣਾ ਸੌਖਾ ਹੋ ਗਿਆ। ਥੱਲੇ ਪਾਣੀ ਵਗੀ ਜਾਂਦਾ ਪਤਾਲਾਂ 'ਚ। ਤੋ ਕਹਿਣ ਤੋਂ ਭਾਵ ਹੈ, ਮਾਇਆ ਮੈਂ ਫਿਰ ਚਿੱਤ ਨਾ ਲਾਏ, ਗੁਰ ਕੈ ਸ਼ਬਦ ਸਦ ਰਹੇ ਸਮਾਏ। ਜਿਹੜੇ ਇੱਕ ਵਾਰੀ ਨਿਰਲੇਪ ਹੋ ਗਏ, ਸੰਸਾਰ ਸਮੁੰਦਰ 'ਚੋਂ ਨਿਕਲ ਗਏ, ਉਹ ਦੁਬਾਰਾ ਡੁੱਬਦੇ ਨਹੀਂ। ਡੁੱਬਦੇ ਨਹੀਂ ਤੇ ਜੰਮਦੇ ਨਹੀਂ, ਜੰਮਦੇ ਨਹੀਂ ਤੇ ਮਰਦੇ ਨਹੀਂ। ਉਹਨਾਂ ਦਾ ਜੰਮਣ ਮਰਨਾ ਵੀ ਕੱਟਿਆ ਗਿਆ। ਤੋ ਖੈਰ ਪ੍ਰੀਤਮ ਜੀ ਕਹਿੰਦੇ, ਜਿਹੜੇ ਉਹ ਸੱਚ ਵਿੱਚ ਸਮਾ ਗਏ, ਗੁਰੂ ਦੇ ਸ਼ਬਦ ਨਾਲ ਸਮਝ ਆ ਗਈ ਜਿਨ੍ਹਾਂ ਨੂੰ, ਗੁਰ ਕਾ ਸ਼ਬਦ ਕੋ ਬਿਰਲਾ ਬੂਝੈ, ਆ ਮਾਰੇ ਤਾਂ ਤ੍ਰੈ ਭਵਨ ਸੂਝੈ, ਫਿਰਿਓ ਮਰੈ ਨਾ ਮਰਨਾ ਹੋਵੇ। ਸਹਿਜੇ ਸੱਚ ਸਮਾਵਣਿਆ, ਮਾਇਆ ਮਹਿ ਫਿਰ ਚਿੱਤ ਨਾ ਲਾਏ। ਜਿਵੇਂ ਦੇਸੀ ਘਿਓ ਇੱਕ ਵਾਰੀ ਦੁੱਧ 'ਚੋਂ ਕੱਢ ਲਿਆ, ਦੁਬਾਰੇ ਨਾ ਉਹ ਪਾਣੀ 'ਚ ਮਿਲਣਾ, ਦੁੱਧ 'ਚ ਮਿਲੇ, ਉਹ ਅਲੱਗ ਹੋ ਗਿਆ, ਹੁਣ ਉਹ ਨਿਰਲੇਪ ਹੋ ਗਿਆ। ਔਰ ਉਹਨੂੰ ਅਸੀਂ ਲੰਮੇ ਸਮੇਂ ਤੱਕ ਰੱਖ ਸਕਦੇ ਹਾਂ, ਦੇਸੀ ਘਿਓ ਨੂੰ। ਦੁੱਧ ਨੂੰ ਬਹੁਤਾ ਚਿਰ ਨਹੀਂ ਰੱਖ ਸਕਦੇ, ਕਿਉਂਕਿ ਉਹਦੇ ਵਿੱਚ ਮਿਕਸ ਲੱਸੀ ਵੀ ਹੈ, ਖੱਟਾ ਵੀ ਹੈ, ਦਹੀਂ ਵੀ ਹੈ, ਬਹੁਤ ਕੁਝ ਆ ਉਹਦੇ 'ਚ। ਤਾਂ ਇਸੇ ਤਰ੍ਹਾਂ ਹੀ ਜਦੋਂ ਇਹ ਜੀਵ ਆਤਮਾ ਨਿਰਲੇਪ ਹੋ ਗਈ, ਇਹ ਵੀ ਸਦਾ ਲਈ ਪਰਮੇਸ਼ਰ ਵਿੱਚ ਮਿਲ ਜੂਗੀ। ਫਿਰ ਇਹਨੂੰ ਵੀ ਟੇਢੀਆਂ ਜੂਨਾਂ ਵਿੱਚ ਜਾਣ ਦੀ ਲੋੜ ਨਹੀਂ। ਪ੍ਰੀਤਮ ਜੀ ਕਹਿੰਦੇ, ਮਾਇਆ ਮਹਿ ਫਿਰ ਚਿੱਤ ਨਾ ਲਾਏ। ਫਿਰ ਸੰਸਾਰ ਦੀ ਮਾਇਆ 'ਚੋਂ ਨਿਰਲੇਪ ਹੋ ਗਏ, ਉੱਚੇ ਉੱਠ ਗਏ। ਗੁਰ ਕੈ ਸ਼ਬਦ ਸਦ ਰਹਿ ਸਮਾਏ, ਸ਼ਬਦ ਵਿੱਚ ਮਿਲੇ ਰਹਿੰਦੇ ਹੈ। ਜਿਵੇਂ ਭਾਈ ਭਿਖਾਰੀ ਜੀ ਦਾ ਜੀਵਨ, ਜਿਵੇਂ ਭਾਈ ਕਨ੍ਹਈਆ ਜੀ ਦਾ ਜੀਵਨ, ਇਹਨਾਂ ਦਾ ਜੀਵਨ ਜਿਹੜਾ ਸੀਗਾ, ਇਹ ਸੱਚ ਵਿੱਚ ਮਿਲ ਗਏ, ਦੁਨੀਆ 'ਚੋਂ ਉੱਚੇ ਉੱਠ ਗਏ। ਫਿਰ ਉਹਨਾਂ ਨੂੰ ਨਾ ਦੁਸ਼ਮਣ ਦਿਸਦਾ, ਨਾ ਮਿੱਤਰ ਦਿਸਦਾ, ਪਰਮੇਸ਼ਰ ਹੀ ਦਿਖਾਈ ਦਿੰਦਾ। ਭਾਈ ਭਿਖਾਰੀ ਦਾ ਜੀਵਨ ਵੀ ਤੁਹਾਨੂੰ ਪਤਾ ਹੈ ਕਿ ਨਾ ਪੁੱਤਰ ਦੇ ਵਿਆਹ ਦੀ ਬਹੁਤੀ ਖੁਸ਼ੀ ਹੈ ਤੇ ਨਾ ਮੌਤ ਵੇਲੇ ਬਹੁਤੀ ਗਮੀ ਹੋਈ, ਕਿਉਂਕਿ ਇਸ 'ਚੋਂ ਵੀ ਉੱਚੇ ਉੱਠ ਚੁੱਕੇ ਆ। ਮੇਰੇ ਪ੍ਰੀਤਮ ਜੀ ਕਹਿੰਦੇ, ਸੱਚ ਸਲਾਹੇ ਸਭ ਘਟ ਅੰਤਰ। ਉਹ ਸਾਰਿਆਂ ਵਿੱਚ ਉਹ ਸੱਚ ਨੂੰ ਵੇਖਦੇ ਹੈ। ਜਿਵੇਂ ਭਾਈ ਕਨ੍ਹਈਆ ਜੀ ਸਭ ਨੂੰ ਪਾਣੀ ਪਿਆਉਂਦੇ ਹੈ, ਸਾਰਿਆਂ ਵਿੱਚ ਉਸ ਨੂੰ ਵੇਖਦੇ ਹਨ। ਸੱਚ ਸਲਾਹੇ ਸਭ ਘਟ ਅੰਤਰ, ਸੱਚੋ ਸੱਚ ਸੁਹਾਵਣਿਆ। ਉਹਨਾਂ ਨੂੰ ਹਰ ਥਾਂ 'ਤੇ ਸੱਚ ਦਿਖਾਈ ਦਿੰਦਾ, ਉਹ ਸੱਚ ਵਿੱਚ ਮਿਲ ਜਾਂਦੇ ਹਨ। ਸੱਚ ਵਿੱਚ ਮਿਲ ਕੇ ਸੁਹਾਵਣੇ, ਸੋਹਣੇ ਲੱਗਦੇ ਆ। ਸਹੀ ਸੱਜਣ ਸੋਹਣੇ, ਸੰਤ ਸੰਗ ਜਿਨ੍ਹਾਂ ਬਹਿਣੇ। ਜਿਹੜੇ ਗੁਰਮੁਖਾਂ ਦੀ ਸੰਗਤ ਕਰਦੇ ਨੇ, ਫਿਰ ਉਹ ਸੋਹਣੇ ਲੱਗਦੇ ਨੇ। ਸੱਚ ਸਲਾਹੀ ਸਦਾ ਹਜੂਰੇ। ਉਹ ਹਮੇਸ਼ਾ ਸੱਚ ਦੀ ਸਿਫਤ ਕਰਦੇ ਆ, ਸੱਚ ਨੂੰ ਆਪਣੇ ਹਜੂਰ ਸਾਹਮਣੇ ਦੇਖ ਕੇ। ਤਨ ਮਨ ਹੋਏ ਨਿਹਾਲ, ਜਾਂ ਗੁਰ ਦੇਖਾਂ ਸਾਹਮਣੇ। ਉਹਨਾਂ ਨੂੰ ਸਾਹਮਣੇ ਪਤਾ ਲੱਗ ਗਿਆ ਵੀ ਆਹ ਮੇਰੇ ਨਾਲ ਆ। ਤੇ ਜਦੋਂ ਨਾਲ ਦਾ ਪਤਾ ਲੱਗਿਆ, ਫਿਰ ਜੰਗਲਾਂ ਵਿੱਚ ਕੀ ਲੈਣ ਜਾਣਗੇ? ਫਿਰ ਉਹਨਾਂ ਨੂੰ ਘਰੇ ਹੀ ਰਹਿੰਦਿਆਂ ਹੀ ਰੱਬ ਮਿਲ ਜਾਂਦਾ। ਜਿਸ ਤਰ੍ਹਾਂ ਪਾਤਸ਼ਾਹ ਕਹਿੰਦੇ, ਨਾਨਕ ਸਤਿਗੁਰ ਭੇਟਿਆ, ਐਸੀ ਹੋਵੇ ਜੁਗਤ। ਹਸੰਦਿਆਂ ਖਿਲੰਦਿਆਂ, ਪਹਿਲੰਦਿਆਂ ਖਾਵੰਦਿਆਂ, ਵਿੱਚੇ ਹੋਵੇ ਮੁਕਤ। ਉਹਨਾਂ ਨੂੰ ਫਿਰ ਜੰਗਲਾਂ ਦੇ ਵਿੱਚ ਜਾਣ ਦੀ ਲੋੜ ਨਹੀਂ।
ਉਹਨਾਂ ਨੂੰ ਗੋਰਖਨਾਥ ਵਰਗਿਆਂ ਵਾਂਗੂ ਕੰਨ ਪਾੜ ਕੇ ਮੁੰਦਰਾ ਪਾਉਣ ਦੀ ਲੋੜ ਨਹੀਂ। ਉਹ ਗ੍ਰਸਤੀ ਜੀਵਨ ਵਿੱਚ ਰਹਿੰਦੇ ਹੋਏ ਹੀ ਪ੍ਰਵਾਨ ਹੋ ਜਾਂਦੇ ਆ। ਬਲਕਿ ਗ੍ਰਸਤੀ ਜੀਵਨ ਦੇ ਵਿੱਚ ਰਹਿੰਦਿਆਂ ਹੋਇਆਂ ਜਿਹੜੀ ਭਗਤੀ ਆ ਉਹ ਬਹੁਤ ਥੋੜ੍ਹੀ ਕਰਨੀ ਪੈਣੀ ਆ। ਤੁਹਾਡਾ ਉਹਦੇ ਵਿੱਚ ਹੀ ਭਲਾ ਹੋ ਜਾਣਾ ਹੈ, ਕਿਉਂਕਿ ਤੁਸੀਂ ਕਮਾਈ ਆਪਦੀ ਕਰਕੇ ਖਾਣੀ ਆ। ਅਤੇ ਜਿਹੜੇ ਸਾਧ ਬਣ ਗਏ ਜਾਂ ਗੁਰੂ ਪਿਆਰਿਓ ਜੰਗਲਾਂ ਵਿੱਚ ਚਲੇ ਗਏ, ਜਦ ਉਹਨਾਂ ਨੂੰ ਭੁੱਖ ਲੱਗੀ ਅਤੇ ਰੋਟੀ ਉਹ ਗ੍ਰਸਤੀਆਂ ਤੋਂ ਮੰਗਣ ਆਏ, ਅਤੇ ਕੋਈ ਕਿਸੇ ਨੂੰ ਫ੍ਰੀ ਤਾਂ ਦਿੰਦਾ ਨਹੀਂ ਗਾ। ਇਸ ਕਰਕੇ ਜੇ ਉਹਨਾਂ ਨੂੰ ਰੋਟੀ ਖਵਾਉਣਗੇ ਤਾਂ ਉਹਨਾਂ ਦੀ ਭਗਤੀ ਦਾ ਹਿੱਸਾ ਉੱਧਰ ਜਾਊਗਾ। ਕਹੋ ਸਤਿਨਾਮ ਸ੍ਰੀ। ਲਏ ਦਿੱਤੇ ਬਿਨ ਰਹੇ ਨਾ ਕੋਏ, ਲੈਣ ਦੇਣ ਸਾਰੇ ਕਰਦੇ ਹਾਂ ਆਪਾਂ। ਉਹ ਚਾਹੇ ਸੂਖਮ ਹੈ, ਗੁਪਤ ਹੈ ਲੈਣ ਦੇਣ। ਗ੍ਰਸਤੀ ਨੇ ਮਹਾਂਪੁਰਸ਼ਾਂ ਨੂੰ ਪ੍ਰਸ਼ਾਦਾ ਛਕਾਇਆ ਅਤੇ ਮਹਾਂਪੁਰਸ਼ਾਂ ਦੀ ਭਗਤੀ ਦਾ ਕੁਝ ਹਿੱਸਾ ਉਹ ਗ੍ਰਸਤੀ ਦੇ ਖਾਨੇ ਵਿੱਚ ਚਲਿਆ ਗਿਆ। ਕਹੋ ਸਤਿਨਾਮ। ਪਰਮੇਸ਼ਰ ਨਹੀਂ ਭੇਜਦੇ ਨਾ, ਫਰੀ 'ਚ ਤਾਂ ਕੋਈ ਕਿਸੇ ਨੂੰ ਕੁਝ ਦਿੰਦਾ ਨਹੀਂ ਗਾ। ਗ੍ਰਸਤੀਆਂ ਨੂੰ ਲਾਲਚ ਹੈ ਸਾਡਾ ਭਲਾ ਹੋ ਜਾਊਗਾ, ਚਲੋ ਪ੍ਰਸ਼ਾਦਾ ਛਕਾਓ ਭਾਈ, ਮਹਾਂਪੁਰਸ਼ ਆਏ ਹੈ, ਮਹਾਂਪੁਰਸ਼ਾਂ ਨੂੰ ਭੁੱਖ ਲੱਗੀ ਹੈ ਪੇਟ ਕਰਕੇ। ਇਸ ਕਰਕੇ ਗ੍ਰਸਤੀ ਥੋੜ੍ਹੀ ਭਗਤੀ ਕਰਕੇ ਵੀ ਪ੍ਰਵਾਨ ਹੋ ਸਕਦਾ ਹੈ। ਕਹੋ ਸਤਿਨਾਮ। ਕਿਉਂਕਿ ਉਹਨੇ ਆਪਦੇ ਪਕਾ ਕੇ ਖਾਣੀ ਹੈ, ਮਿਹਨਤ ਕਰਕੇ ਖਾਣੀ ਹੈ। ਤਾਈਓ ਤਾਂ ਬਾਬਾ ਜੀ ਕਹਿੰਦੇ ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਦੋਨੇ ਪਾਸੇ ਭਲਾ ਹੈ ਗ੍ਰਸਤੀ ਦਾ। ਪ੍ਰੀਤਮ ਜੀ ਕਹਿੰਦੇ ਗ੍ਰਸਤੀ ਧਰਮ ਸਭ ਤੋਂ ਉੱਤਾ ਧਰਮ ਹੈ। 4 ਆਸ਼ਰਮ ਹਨ ਜਿਨ੍ਹਾਂ ਦੇ ਵਿੱਚੋਂ ਗ੍ਰਸਤ ਆਸ਼ਰਮ ਸਭ ਤੋਂ ਉੱਚਾ ਆਸ਼ਰਮ ਮੰਨਿਆ ਗਿਆ ਹੈ। ਮੇਰੇ ਪ੍ਰੀਤਮ ਜੀ ਕਹਿੰਦੇ ਸੱਚ ਸਲਾਹੀ ਸਦਾ ਹਜੂਰੇ। ਉਹ ਘਰ ਵਿੱਚ ਰਹਿੰਦੇ ਹੋਈ ਸਿਫਤ ਸਲਾਹ ਕਰਦੇ ਆ ਪਰਮੇਸ਼ਰ ਦੀ। ਉਹ ਪਰਮੇਸ਼ਰ ਨੂੰ ਹਮੇਸ਼ਾ ਹਜੂਰ। ਗਾਵੈ ਕੋ ਜਾਪੈ ਦਿਸੈ ਦੂਰ, ਗਾਵੈ ਕੋ ਵੇਖੈ ਹਾਜ਼ਰਾ ਹਜੂਰ। ਉਹ ਸਾਹਮਣੇ ਦੇਖ ਕੇ ਜਪਦੇ ਹਨ। ਗੁਰ ਕੈ ਸ਼ਬਦ ਰਿਹਾ ਭਰਪੂਰੇ। ਗੁਰੂ ਦੀ ਕਿਰਪਾ ਸਦਕਾ ਉਹਨਾਂ ਨੂੰ ਪਰਮੇਸ਼ਰ ਹਰ ਥਾਂ ਦਿਖਾਈ ਦੇਣ ਲੱਗ ਜਾਂਦਾ। ਗੁਰੂ ਦੇ ਸ਼ਬਦ ਨੂੰ ਸਮਝ ਲਿਆ ਨਾ। ਗੁਰ ਕਾ ਸ਼ਬਦ ਕੋ ਬਿਰਲਾ ਬੂਝੈ। ਜਿਨ੍ਹਾਂ ਨੂੰ ਸਮਝ ਆਈ ਉਹਨਾਂ ਨੇ ਕਿਹਾ ਨਾ ਵਰਨ ਰੂਪ ਵਰਤੈ ਸਭ ਤੇਰੇ। ਰੰਗਾ ਤਰ੍ਹਾਂ ਤਰ੍ਹਾਂ ਦੀ ਜਿਹੜੀ ਸ੍ਰਿਸ਼ਟੀ ਮੈਨੂੰ ਦਿਖਾਈ ਦੇ ਰਹੀ ਹੈ, ਇਹਨਾਂ ਵਿੱਚ ਤੂੰ ਹੀ ਵਰਤ ਰਿਹਾ। ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੇ। ਪੀਪਾ ਜੀ ਨੇ ਵੀ ਜਾਣਿਆ। ਪੀਪਾ ਪ੍ਰਣਵੈ ਪਰਮ ਤਤ ਹੈ, ਸਤਿਗੁਰ ਹੋਏ ਲਿਖਾਵੈ। ਮੇਰੇ ਪ੍ਰੀਤਮ ਜੀ ਕਹਿੰਦੇ ਗੁਰ ਕੈ ਸ਼ਬਦ ਰਿਹਾ ਭਰਪੂਰੇ, ਗੁਰ ਪ੍ਰਸਾਦੀ ਸੱਚ ਨਦਰੀ ਆਵੈ। ਗੁਰੂ ਦੀ ਕਿਰਪਾ ਸਦਕਾ ਉਹਨਾਂ ਨੂੰ ਹਰ ਥਾਂ 'ਤੇ ਸੱਚ ਦਿਖਾਈ ਦੇਣ ਲੱਗੇ। ਜਿਸ ਤਰ੍ਹਾਂ ਅਰਜਨ ਨੂੰ ਹੋਰ ਕੁਛ ਨਹੀਂ ਦਿਸਦਾ, ਅਰਜਨ ਪਾਂਡੋ ਨੂੰ ਕੇਵਲ ਮੱਛੀ ਦੀ ਅੱਖ ਦਿਸਦੀ ਹੈ ਜਿਹੜੀ ਵਿੰਨਣੀ ਹੈ, ਭਾਵ ਆਪਣਾ ਏਮ, ਆਪਣਾ ਨਿਸ਼ਾਨਾ। ਇਸੇ ਤਰ੍ਹਾਂ ਹੀ ਗੁਰਮੁਖਾਂ ਨੂੰ ਕੇਵਲ ਸੱਚ ਦਿਖਾਈ ਦਿੰਦਾ, ਕਿਉਂਕਿ ਉਹਨਾਂ ਦਾ ਨਿਸ਼ਾਨਾ ਸੱਚ ਨੂੰ ਪਾਉਣਾ ਹੈ, ਹੋਰ ਕੁਛ ਨਹੀਂ ਦੇਖਦੇ। ਕਹੋ ਸਤਿਨਾਮ ਸ੍ਰੀ। ਉਹਨਾਂ ਨੂੰ ਕੇਵਲ ਸੱਚ ਦਿਖਾਈ ਦਿੰਦਾ। ਤਾਂ ਮੇਰੇ ਪ੍ਰੀਤਮ ਜੀ ਕਹਿੰਦੇ ਬਾਕੀ ਸੰਸਾਰ ਸਭ ਕੂੜਾ ਦਿਖਾਈ ਦਿੰਦਾ। ਜਿਸ ਤਰ੍ਹਾਂ ਮੰਨ ਲਓ ਕਿਸੇ ਮਾਈ ਦਾ ਇੱਕ ਛੋਟਾ ਜਿਹਾ ਪੀਸ ਹੈ, ਕੋਕਾ, ਸੋਨੇ ਦਾ ਕੋਕਾ, ਜੇ ਧਰਤੀ 'ਤੇ ਕਿਤੇ ਡਿੱਗ ਪਵੇ ਨੱਕ 'ਚੋਂ ਅਤੇ ਫਿਰ ਉਹਨੂੰ ਲੱਭਦੀ ਹੈ, ਅਤੇ ਲੱਭਦੀ ਹੋਈ ਫਿਰ ਸਾਰੇ ਘਰ ਵਿੱਚ ਬੌਕਰ ਮਾਰ ਕੇ ਮਿੱਟੀ ਇਕੱਠੀ ਕਰ ਲੈਂਦੀ, ਕਿਉਂਕਿ ਬਹੁਤ ਨਿੱਕਾ ਪੀਸ ਹੈ। ਜੇ ਨਾ ਲੱਭੇ ਤਾਂ ਫਿਰ ਝਾੜੂ ਮਾਰ ਕੇ ਮਿੱਟੀ ਇਕੱਠੀ ਕਰਦੀ ਹੈ। ਉਸ ਮਿੱਟੀ ਨੂੰ ਹੌਲੀ ਹੌਲੀ ਪਾਸੇ ਕਰਦੀ ਹੈ। ਡੱਕਾ ਹੈ, ਮਿੱਟੀ ਹੈ, ਡਲੀ ਹੈ, ਰੋੜੀ ਹੈ, ਆਦਿ ਆਦਿ। ਪਰ ਧਿਆਨ ਉਹਦਾ ਉਸ ਕੋਕੇ ਦੇ ਨਾਲ ਜੁੜਿਆ ਹੋਇਆ ਅਤੇ ਕੂੜੇ ਨੂੰ ਪਾਸੇ ਕਰੀ ਜਾਂਦੀ ਹੈ। ਅਤੇ ਜਦੋਂ ਹੀ ਸਾਹਮਣੇ ਕੋਕਾ ਆ ਗਿਆ, ਸੋਨੇ ਦਾ ਪੀਸ ਆ ਗਿਆ, ਅਤੇ ਉਹਨੇ ਚੱਕ ਲੈਣਾ ਵੀ ਆਹ ਪਿਆ। ਇਸੇ ਤਰ੍ਹਾਂ ਗੁਰਮੁਖ ਜਿਹੜੇ ਹਨ ਉਹ ਸੰਸਾਰ ਨੂੰ ਕੂੜਾ ਕਹਿ ਗਏ। ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਕੂੜ ਮਾੜੀ, ਕੂੜ ਮੰਡਪ, ਕੂੜ ਬੈਸਨਹਾਰ, ਕੂੜ ਸੋਨਾ, ਕੂੜ ਰੂਪਾ, ਕੂੜ ਪਹਿਨਨਹਾਰ, ਕੂੜ ਕੂੜਾ ਨੇਹੋਂ ਲੱਗਾ ਵਿਸਰਿਆ ਕਰਤਾਰ। ਇਹ ਸੰਸਾਰ ਦੀ ਗੱਲ ਹੈ। ਕੂੜ ਕੂੜਾ ਨੇਹੋਂ ਲੱਗਾ ਵਿਸਰਿਆ ਸੰਸਾਰ, ਕਿਸ ਵਿਸਰਿਆ ਦਾ ਤਾਰ, ਕਿਸ ਨਾਲ ਕੀਚੈ ਦੋਸਤੀ, ਸਭ ਜਗ ਚੱਲਣਹਾਰ। ਕੂੜ ਮਿੱਠਾ। ਬਾਬਾ ਜੀ ਇਹ ਲੋਕ ਫਿਰ ਕੂੜੇ ਨਾਲ ਜੁੜੇ ਕਿਉਂ ਹੈ? ਬਾਬਾ ਜੀ ਕਹਿੰਦੇ ਸਵਾਦ ਲੱਗਦਾ, ਮਿੱਠਾ ਲੱਗਦਾ ਦੁਨੀਆ ਨੂੰ। ਕਿੰਨਾ ਕੁ ਮਿੱਠਾ ਜੀ? ਸ਼ਹਿਦ ਵਰਗਾ ਲੱਗਦਾ। ਕੂੜ ਮਿੱਠਾ, ਕੂੜ ਮਾਖਿਓ, ਮਾਖਾ ਹੁੰਦਾ ਸ਼ਹਿਦ। ਕੂੜ ਮਿੱਠਾ, ਕੂੜ ਮਾਖਿਓ, ਪਰ ਸਿੱਖਾ ਸੱਚ ਰੱਖੀ ਜਾਣੀ। ਇਸ ਕੂੜ ਨੇ ਦੁਨੀਆ ਬਹੁਤ ਡੋਬੀ ਆ। ਕੂੜ ਡੋਬੇ ਪੂਰ। ਪੂਰ ਕੀ ਹੁੰਦਾ? ਜਿਵੇਂ ਭਰੀ ਹੋਈ ਕਿਸ਼ਤੀ ਡੁੱਬ ਜਾਵੇ।
ਭਰੀ ਹੋਈ ਗੱਡੀ, ਭਰੀ ਹੋਈ ਬੱਸ ਕਿਸੇ ਦਰਿਆ ਵਿੱਚ ਦੇ ਕੇ ਡੁੱਬ ਜਾਵੇ, ਇਹਨੂੰ ਕਹਿੰਦੇ ਆ ਪੂਰ। ਸਾਰੇ ਡੁੱਬ ਗਏ। ਕਹੋ ਸਤਨਾਮ ਸੀ। ਕੂੜ ਡੁੱਬੈ ਪੂਰ, ਨਾਨਕ ਬਖਾਣੈ ਬੇਨਤੀ, ਤੁਧ ਬਾਝ ਕੂੜੋ ਕੂੜ। ਤੇਰੇ ਤੋਂ ਬਗੈਰ ਸਭ ਝੂਠ ਹੈ, ਸਭ ਕੂੜਾ ਹੈ। ਜਿਵੇਂ ਆਪਾਂ ਕੋਕੇ ਦੀ ਉਦਾਹਰਨ ਬਣਾਈ, ਉਸੇ ਤਰ੍ਹਾਂ ਕੂੜਾ ਹੈ। ਸਭ ਕੂੜਾ ਛੱਡ ਕੇ ਕੇਵਲ ਇੱਕ ਨਾਲ ਜੁੜਨਾ, ਤੁਧ ਬਾਝ ਕੂੜੋ ਕੂੜ। ਪ੍ਰੀਤਮ ਜੀ ਕਹਿੰਦੇ ਉਹਨਾਂ ਦੇ ਅੰਦਰ ਕੇਵਲ ਇੱਕ ਸਮਾ ਜਾਂਦਾ ਹੈ। ਗੁਰ ਕੈ ਸ਼ਬਦ ਰਿਹਾ ਭਰਪੂਰੇ, ਗੁਰ ਪ੍ਰਸਾਦੀ ਸੱਚ ਨਦਰੀ ਆਵੇ। ਗੁਰੂ ਦੀ ਕਿਰਪਾ ਨਾਲ ਹੁਣ ਉਹਨਾਂ ਨੂੰ ਸੱਚ ਹੀ ਦਿਖਾਈ ਦਿੰਦਾ। ਸੱਚ ਸਲਾਹੀ ਸਦਾ ਹਜੂਰੇ, ਸੱਚ ਨੂੰ ਹਮੇਸ਼ਾ ਆਪਣੇ ਨਾਲ ਜਾਣਦੇ ਆ। ਗੁਰ ਕੈ ਸ਼ਬਦ ਸਦ ਰਹਿ ਸਮਾਏ, ਗੁਰੂ ਦੇ ਸ਼ਬਦ ਨੂੰ ਲੈ ਕੇ ਹਮੇਸ਼ਾ ਉਹਦੇ ਵਿੱਚ ਸਮਾਏ ਰਹਿੰਦੇ ਨੇ। ਸੱਚ ਸਲਾਹੇ ਸਭ ਘਟ ਅੰਤਰ, ਸੱਚੋ ਸੱਚ ਸੁਹਾਵਣਿਆ। ਸੱਚ ਸਲਾਹੀ ਸਦਾ ਹਜੂਰੇ, ਉਹਨਾਂ ਨੂੰ ਹਮੇਸ਼ਾ ਆਪਣੇ ਸਾਹਮਣੇ ਉਹ ਸੱਚ ਦਿਖਾਈ ਦਿੰਦਾ। ਭਾਵ ਹਰ ਥਾਂ 'ਤੇ ਪਰਮੇਸ਼ਰ ਦਿਖਾਈ ਦਿੰਦਾ। ਗੁਰ ਕੈ ਸ਼ਬਦ ਰਿਹਾ ਭਰਪੂਰੇ, ਗੁਰ ਪ੍ਰਸਾਦੀ ਸੱਚ ਨਦਰੀ ਆਵੇ। ਗੁਰੂ ਦੀ ਕਿਰਪਾ ਸਦਕਾ ਉਹਨਾਂ ਨੂੰ ਹਰ ਥਾਂ 'ਤੇ ਉਹ ਦਿਖਾਈ ਦਿੰਦਾ। ਭਾਈ ਕਨ੍ਹਈਆ ਜੀ ਦੀ ਤਰ੍ਹਾਂ ਗੁਰ ਕੈ ਸ਼ਬਦ ਸੱਚ ਨਦਰੀ ਆਵੇ। ਗੁਰ ਕੈ ਸ਼ਬਦ ਰਿਹਾ ਭਰਪੂਰੇ, ਇਹ ਗੁਰੂ ਸ਼ਬਦ ਨੂੰ ਵਿਚਾਰਨਾ ਪੈਣਾ। ਪਿੱਛੇ ਪੜ੍ਹਿਆ ਸੀ, ਗੁਰ ਕਾ ਸ਼ਬਦ ਕੋ ਬਿਰਲਾ ਬੂਝੇ। ਜਿਨ੍ਹਾਂ ਨੇ ਗੁਰਬਾਣੀ ਨੂੰ ਵਿਚਾਰ ਲਿਆ ਹੈ, ਗੁਰਬਾਣੀ ਵਿੱਚੋਂ ਸਾਰਾ ਗਿਆਨ ਮਿਲ ਜਾਣਾ। ਧਾਰਮਿਕ ਗ੍ਰੰਥਾਂ ਨੂੰ ਰਚਣ ਦਾ, ਮਹਾਂਪੁਰਸ਼ਾਂ ਦਾ, ਅਵਤਾਰਾਂ ਦਾ ਇੱਕੋ ਹੀ ਮਕਸਦ ਹੈ ਕਿ ਰਹਿੰਦੀ ਦੁਨੀਆ ਤੱਕ ਦੁਨੀਆ ਮਾਰਗ ਦਰਸ਼ਨ ਲੈਂਦੀ ਰਹੇਗੀ। ਕਿਉਂਕਿ ਸਰੀਰ ਤਾਂ ਸਦਾ ਰਹਿਣੇ ਨਹੀਂ, ਲੇਕਿਨ ਸ਼ਬਦ ਹਮੇਸ਼ਾ ਰਹੇਗਾ। ਸ਼ਬਦ ਸਾਡੇ ਜੰਮਣ ਤੋਂ ਪਹਿਲਾਂ ਵੀ ਸੀਗਾ, ਅੱਜ ਵੀ ਹੈ, ਅਤੇ ਸਾਡੇ ਮਰਨ ਤੋਂ ਬਾਅਦ ਵੀ ਰਹੇਗਾ। ਇਸੇ ਕਰਕੇ ਸ਼ਬਦ ਗੁਰੂ ਕਿਹਾ, ਇਸੇ ਕਰਕੇ ਪਵਨ ਗੁਰੂ ਕਿਹਾ, ਕਿਉਂਕਿ ਹਵਾ ਦੇ ਵਿੱਚੋਂ ਸ਼ਬਦ ਬਣਿਆ। ਸਵਾਸ ਵੀ ਸਾਡੀ ਲੋੜ ਹੈ, ਉਵੇਂ ਗੁਰਬਾਣੀ ਵੀ ਸਾਡੀ ਲੋੜ ਹੈ। ਪਰ ਅਸੀਂ ਗੁਰਬਾਣੀ ਤੋਂ ਪਾਸੇ ਫਿਰਦੇ ਹਾਂ, ਸਵਾਸ ਲੈਣਾ ਚਾਹੁੰਦੇ ਹਾਂ। ਅਤੇ ਜਿਸ ਪਰਮੇਸ਼ਰ ਨੇ ਸਾਨੂੰ ਸਾਜਿਆ ਹੈ, ਗੁਰੂ ਪਿਆਰਿਓ, ਆਕਸੀਜਨ ਦਿੱਤੀ ਆ। ਵੇਖੋ ਨਾ, ਪਿਛਲੇ ਕਰੋਨਾ ਵੇਲੇ ਆਕਸੀਜਨ ਦਾ ਕੀ ਭਾਅ ਸੀ। ਕਹੋ ਸਤਨਾਮ। ਜਿਹੜੀ ਸਾਨੂੰ ਫ੍ਰੀ 'ਚ ਦਿੱਤੀ ਆ। ਸੋ ਕਿਉਂ ਵਿਸਰਿਆ ਜਿਨ ਸਭ ਕੁਛ ਦੀਆ, ਸੋ ਕਿਉਂ ਵਿਸਰਿਆ ਜੇ ਜੀਵਨ ਜੀਆ। ਜਿਨ ਦੀਆ ਤੁਧ ਪਵਨ ਅਮੋਲਾ। ਮੁੱਲ ਦਾ ਪਤਾ ਲੱਗੇ ਨਾ ਆਕਸੀਜਨ ਦਾ ਕੀ ਭਾਅ ਮਿਲੀ। ਅਤੇ ਸਤਿਗੁਰ ਨੇ ਫ੍ਰੀ 'ਚ ਦਿੱਤੀ ਹੈ, ਕੀਮਤੀ ਬਹੁ ਮੁੱਲੀ ਹੈ, ਜਿਹਦਾ ਮੁੱਲ ਕੋਈ ਨਹੀਂ। ਜਿਨ ਦੀਆ ਤੁਧ ਪਵਨ ਅਮੋਲਾ, ਜਿਨ ਦੀਆ ਤੁਧ ਨੀਰ ਨਿਰਮੋਲਾ, ਜਿਨ ਦੀਆ ਤੁਧ ਪਾਵਕ ਬਲਨਾ। ਆ ਪਾਣੀ, ਸਾਡੇ ਕੋਲ ਪਾਣੀ ਵਾਧੂ ਆ। ਅਮਰੀਕਾ, ਇੰਗਲੈਂਡ ਵਰਗੇ ਦੇਸ਼ਾਂ ਕੋਲ ਨਾ ਪੀਣ ਵਾਲਾ ਪਾਣੀ ਹੈ ਨਹੀਂ, ਉਹੀ ਸਾਫ਼ ਕਰ ਕਰਕੇ ਵਰਤੀ ਜਾਂਦੇ ਆ, ਕਿਉਂਕਿ ਸਮੁੰਦਰ ਦਾ ਪਾਣੀ ਖਾਰਾ ਹੈ। ਅਤੇ ਸਾਨੂੰ ਬਹੁ ਮੁੱਲਾ ਪਾਣੀ ਦਿੱਤਾ। ਕਿੰਨੀ ਕੀਮਤ ਹੈ ਪਾਣੀ ਦੀ, ਪਤਾ? ਜਿੱਦੇ ਨਾ ਮਿਲਿਆ ਉਹਦੇ ਪਤਾ ਲੱਗੂਗਾ। ਜਿਨ ਦੀਆ ਤੁਧ ਪਵਨ ਅਮੋਲਾ, ਜਿਨ ਦੀਆ ਤੁਧ ਨੀਰ ਨਿਰਮੋਲਾ, ਜਿਨ ਦੀਆ ਤੁਧ ਪਾਵਕ ਬਲਨਾ। ਬਹਿ ਜਾਓ, ਕੋਈ ਨਹੀਂ, ਬਹਿ ਜਾਓ ਕਿਸਾਨੋ, ਬਹਿ ਜਾਓ। ਉੱਥੇ ਜਾ ਕੇ ਵੀ ਤਾਂ ਗੱਲਾਂ ਹੀ ਮਾਰਨੀਆਂ। ਬਹਿ ਜਾਓ ਉੱਥੇ। ਹਜੇ 9 ਵਜੇ ਤੋਂ ਪਹਿਲਾਂ ਤੁਹਾਡਾ ਕੰਮ ਨਹੀਂ ਚੱਲਦਾ। ਤੋ ਖੈਰ, ਗੁਰੂ ਕਿਰਪਾ ਕਰਨ। ਉਸ ਪਰਮੇਸ਼ਰ ਨੇ ਸਾਨੂੰ ਕਿੰਨੀਆਂ ਕੀਮਤੀ ਚੀਜ਼ਾਂ ਦਿੱਤੀਆਂ, ਅਤੇ ਅਸੀਂ 10 ਮਿੰਟ ਵੀ ਗੁਰਬਾਣੀ ਨੂੰ ਸਮਝਣ ਵਾਸਤੇ ਨਹੀਂ ਬਹਿ ਸਕਦੇ। ਕਹੋ ਸਤਨਾਮ। ਜਿਨ ਦੀਆ ਤੁਧ ਪਵਨ ਅਮੋਲਾ, ਜਿਨ ਦੀਆ ਤੁਧ ਨੀਰ ਨਿਰਮੋਲਾ, ਜਿਨ ਦੀਆ ਤੁਧ ਪਾਵਕ ਬਲਨਾ। ਤਿਸ ਠਾਕਰ ਕੀ ਰਹੋ ਮਨ ਸਰਨਾ। ਉਸ ਮਾਲਕ ਦੇ ਚਰਨਾਂ ਦੀ ਸ਼ਰਨ ਵਿੱਚ ਬੈਠਿਆ ਕਰ ਮਣਾ। ਸੋ ਕਿਉਂ ਵਿਸਰੈ ਜਿਨ ਸਭ ਕੁਛ ਦੀਆ। ਇਹਦੀ ਸ਼ਰਨ ਤੋਂ ਬਗੈਰ ਨਹੀਂ ਮਿਲਣਾ ਕੁਛ ਵੀ। ਇਸੇ ਨੇ ਦਿੱਤਾ ਅਤੇ ਇਸੇ ਨੇ ਦੇਣਾ। ਕਹੋ ਸਤਨਾਮ ਸ੍ਰੀ। ਤੋ ਮੇਰੇ ਪ੍ਰੀਤਮ ਜੀ ਕਹਿੰਦੇ, ਜਿਨ੍ਹਾਂ ਨੂੰ ਸਮਝ ਆ ਗਈ ਗੁਰਬਾਣੀ ਦੀ, ਗੁਰ ਕੈ ਸ਼ਬਦ ਕੋ ਵਿਰਲਾ ਬੂਝੈ। ਫਿਰ ਆਪ ਮਾਰੇ ਤਾਂ ਤ੍ਰਿਭਵਨ ਸੂਝੈ। ਸੰਸਾਰ ਵੱਲੋਂ ਮਰ ਕੇ ਜਦ ਆਪਣੇ ਆਪੇ ਦੀ ਖੋਜ ਕਰੇਗਾ, ਫਿਰ ਤਿੰਨਾਂ ਲੋਕਾਂ ਦੀ ਪਛਾਣ ਹੋ ਜੂਗੀ। ਬ੍ਰਹਮ ਗਿਆਨੀਆਂ ਨੇ ਆਪਣੇ ਆਪ ਨੂੰ ਖੋਜਿਆ, ਸਾਇੰਸਦਾਨਾਂ ਨੇ ਬਾਹਰੋਂ ਖੋਜਿਆ। ਸਾਇੰਸਦਾਨ ਹਜੇ ਪਿੱਛੇ ਆ, ਬ੍ਰਹਮ ਗਿਆਨੀ ਗਾਂਹ ਟੱਪ ਗਏ। ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਭਗਤਾਂ ਨੇ, ਗੁਰੂਆਂ ਨੇ
ਜੋ ਲਿਖ ਦਿੱਤਾ ਬਾਣੀ ਵਿੱਚ ਹਜੇ ਤੱਕ ਸਾਇੰਸ ਲੱਭਦੀ ਫਿਰਦੀ ਆ। ਕਹੋ ਸਤਿਨਾਮ ਸ੍ਰੀ। ਇਸ ਕਰਕੇ ਬੜੀ ਕੀਮਤੀ ਚੀਜ਼ ਆ, ਸਮਝਣੀ ਚਾਹੀਦੀ ਆ। ਸਾਡਾ ਜੀਵਨ ਵੀ ਕੀਮਤੀ ਆ, ਸਾਡੇ ਜੀਵਨ ਦੀ ਹੀ ਗਾਈਡ ਕਰਨ ਵਾਲੀ ਹੈ ਗੁਰਬਾਣੀ ਆ। ਆਪਾਂ ਵੀ ਉੱਥੋਂ ਆਏ ਆ ਜਿੱਥੋਂ ਬਾਣੀ ਆਈ। ਧੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ, ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪਰਤਹ ਗੁਰੂ ਨਿਸਤਾਰੇ। ਇਹ ਬਾਣੀ ਸਾਨੂੰ ਤਾਰਨ ਵਾਸਤੇ, ਸਾਨੂੰ ਸਮਝਾਉਣ ਵਾਸਤੇ ਆਈ ਆ। ਕੇਵਲ ਤੇ ਕੇਵਲ ਇਹ ਖੁਸ਼ੀਆਂ ਤੇ ਗਮੀਆਂ ਦੇ ਸਮਿਆਂ ਵਾਸਤੇ ਨਹੀਂ, ਇਹ ਹਮੇਸ਼ਾ ਵਾਸਤੇ ਆ। ਜਾਂ ਤਾਂ ਗੁਰਬਾਣੀ ਦੇ ਕੋਲ ਜਾਂਦੇ ਆ, ਬਾਬਾ ਜੀ ਪਾਠ ਕਰਾਉਣਾ, ਕਿਉਂ ਜੀ ਬੁੜਾ ਮਰ ਗਿਆ, ਕਹੋ ਸਤਿਨਾਮ। ਤੇ ਜਾਂ ਫਿਰ ਜਾਂਦੇ ਆ, ਬਾਬਾ ਜੀ ਪਾਠ ਕਰਾਉਣਾ ਸੀ, ਆਪਣੇ ਮੁੰਡੇ ਦਾ ਵਿਆਹ, ਕੁੜੀ ਦਾ ਵਿਆਹ, ਕਹੋ ਸਤਿਨਾਮ ਸੀ। ਨਹੀਂ, ਇਹ 24 ਘੰਟੇ ਵਿਚਾਰਨ ਵਾਲੀ ਚੀਜ਼ ਹੈ। ਇਹ ਤੁਹਾਡੇ ਦਿਮਾਗ ਦੀ, ਤੁਹਾਡੇ ਜੀਵਨ ਦੀ ਮਾਰਗਦਰਸ਼ਨ ਕਰਨ ਵਾਸਤੇ ਆਈ ਆ। ਇਸ ਬਾਣੀ ਨੂੰ ਹਮੇਸ਼ਾ ਸਮਝਣ ਦੀ ਲੋੜ ਹੈ, ਕਿਉਂਕਿ ਸਾਡਾ ਜਿਵੇਂ ਗੱਡੀ ਵਾਲਿਆਂ ਕੋਲੇ, ਵਰਕਸ਼ਾਪਾਂ ਵਾਲਿਆਂ ਕੋਲੇ ਗੱਡੀਆਂ ਦੀ ਕਿਤਾਬ ਹੁੰਦੀ ਹੈ ਨਾ, ਵੀ ਜੇ ਗੱਡੀ ਖਰਾਬ ਹੋ ਜੇ ਤਾਂ ਕਿਵੇਂ ਠੀਕ ਹੋਊਗੀ। ਸਾਡਾ ਸਰੀਰ ਵੀ ਗੱਡੀ ਹੈ, ਜੇ ਇਹ ਖਰਾਬ ਹੋ ਜੇ ਤੇ ਬਾਣੀ ਨੂੰ ਪੁੱਛ ਲਓ ਕਿਵੇਂ ਠੀਕ ਹੋਊਗਾ। ਕਹੋ ਸਤਿਨਾਮ। ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੈ ਜਮ ਕੀ ਫੰਦਾ। ਸਰੀਰ ਦੇ ਵਿੱਚ ਪਈਆਂ ਬਿਮਾਰੀਆਂ ਦਾ ਇਲਾਜ ਵੀ ਗੁਰਬਾਣੀ ਵਿੱਚ ਹੈ। ਗੁਰਬਾਣੀ ਜੜ੍ਹਾਂ 'ਚੋਂ ਪੱਟਦੀ ਹੈ ਬਿਮਾਰੀ ਨੂੰ। ਤੇ ਡਾਕਟਰ ਜਿਹੜੇ ਆ ਛਾਂਗਦੇ ਆ। ਤੁਸੀਂ ਦਰਖਤ ਛਾਂਗਦੇ ਹੋ ਨਾ ਖੇਤਾਂ ਵਿੱਚ, ਅਗਲੇ ਸਾਲ ਫਿਰ ਫੁੱਟੇ ਆਉਂਦੇ ਆ। ਤੁਸੀਂ ਬਾਹਰੋਂ ਛਾਂਗ ਦਿੰਦੇ ਹੋ, ਫਿਰ ਫੁੱਟੇ ਆਉਂਦੇ ਆ। ਜੜ ਪੱਟ ਦਈਏ ਤਾਂ ਕੰਮ ਨਿਬੜਿਆ, ਮੁੜ ਕੇ ਫੁੱਟਦੇ ਨਹੀਂ। ਇਸੇ ਤਰ੍ਹਾਂ ਸਾਡੇ ਸਰੀਰ ਦੇ ਵਿੱਚ ਬਿਮਾਰੀਆਂ ਜਿਹੜੀਆਂ, ਉਹਨਾਂ ਦੀ ਜੜ ਹੈ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਵਿੱਚ। ਪਾਤਸ਼ਾਹ ਨੇ ਇਹਨਾਂ ਨੂੰ ਕੱਟਣ ਦਾ ਹੀ ਜੁਗਤੀ ਬਾਣੀ 'ਚ ਦੱਸੀ, ਮੁੜ ਕੇ ਬਿਮਾਰੀ ਪੈਦਾ ਨਹੀਂ ਹੋਊਗੀ। ਕਹੋ ਸਤਿਨਾਮ ਸੀ। ਹੰਕਾਰ ਦੇ ਕਾਰਨ ਹੀ ਭਾਈ ਸੱਤੇ ਬਲਵੰਡੇ ਅੰਦਰ ਹੰਕਾਰ ਹੋ ਗਿਆ ਨਾ। ਬਈ ਜੇ ਅਸੀਂ ਕੀਰਤਨ ਕਰਦੇ ਆ ਤਾਂ ਦੁਨੀਆ ਮੱਥੇ ਟੇਕਦੀ ਹੈ ਬਾਬੇ ਨੂੰ, ਜੇ ਅਸੀਂ ਕੀਰਤਨ ਕਰੀਏ ਕੋਈ ਆਵੇ ਹੀ ਨਾ। ਉਹਨਾਂ ਦੀ ਸੋਚ ਉਲਟ ਹੋ ਗਈ, ਗਲਤ ਹੋ ਗਈ। ਸੱਦਣ ਵਾਸਤੇ ਪਾਤਸ਼ਾਹ ਦੇ ਸਿੱਖ ਗਏ, ਨਹੀਂ ਆਏ। ਪਾਤਸ਼ਾਹ ਆਪ ਗਏ, ਨਹੀਂ ਆਏ। ਪਾਤਸ਼ਾਹ ਨੇ ਕਿਹਾ ਚਲੋ ਭਾਈ ਸੰਗਤ ਬੈਠੀ ਹੈ, ਚੱਲ ਕੇ ਕੀਰਤਨ ਸੁਣਾਓ। ਕਹਿੰਦੇ ਹੁਣ ਪਤਾ ਲੱਗਿਆ ਨਾ, ਜੇ ਅਸੀਂ ਕੀਰਤਨ ਕਰਦੇ ਹਾਂ ਤਾਂ ਹੀ ਤੁਹਾਡੇ ਕੋਲੇ ਸੰਗਤ ਆ ਕੇ ਮੱਥੇ ਟੇਕਦੀ ਹੈ। ਤੁਹਾਡੇ ਵੱਡੇ ਬਾਬੇ ਨਾਨਕ ਨਾਲ ਮਰਦਾਨਾ ਕੀਰਤਨ ਕਰਦਾ ਸੀਗਾ, ਦੂਜੇ ਨਾਲ ਅਗਲਾ ਕਰਦਾ ਸੀ, ਹੁਣ ਅਸੀਂ ਕਰਦੇ ਹਾਂ। ਪਾਤਸ਼ਾਹ ਕਹਿੰਦੇ ਤੁਸੀਂ ਫਿੱਟ ਗਏ, ਤੁਸੀਂ ਫਿੱਟ ਗਏ, ਤੁਹਾਨੂੰ ਹੰਕਾਰ ਹੋ ਗਿਆ, ਹੁਣ ਤੁਸੀਂ ਆਇਓ ਵੀ ਨਾ। ਕਹੋ ਸਤਿਨਾਮ ਸ੍ਰੀ। ਤੇ ਹੰਕਾਰ ਦੇ ਨਾਲ ਕੀ ਹੋਇਆ ਫਿਰ? ਉਹਨਾਂ ਦੇ ਸਰੀਰ ਦੇ ਉੱਤੇ ਪਹਿਲਾਂ ਖੁਰਕ ਜੀ ਪੈਦਾ ਹੋਈ, ਫਿਰ ਗੁਰੂ ਪਿਆਰੋ ਹੌਲੀ ਹੌਲੀ ਕੋਹੜ ਦਾ ਰੂਪ ਧਾਰ ਗਿਆ। ਕਹੋ ਸਤਿਨਾਮ ਸ੍ਰੀ। ਇਹ ਹੰਕਾਰ ਦੇ ਵਿੱਚੋਂ ਬਿਮਾਰੀ ਪੈਦਾ ਹੋਈ, ਕਾਮ ਵਾਸ਼ਨਾ ਵਿੱਚੋਂ ਪੈਦਾ ਹੋਈ, ਬੰਦੇ 'ਚ ਕਮਜ਼ੋਰੀਆਂ ਪੈਦਾ ਹੋ ਗਈਆਂ, ਕ੍ਰੋਧ ਵਿੱਚੋਂ ਬਿਮਾਰੀ ਪੈਦਾ ਹੋਈ। ਕਿੰਨੇ ਬੰਦੇ ਜੇਲ੍ਹਾਂ ਵਿੱਚ ਬੈਠੇ ਆ, ਉਹ ਕ੍ਰੋਧ ਦੀਆਂ ਬਿਮਾਰੀਆਂ। 3 ਤਰ੍ਹਾਂ ਦੇ ਰੋਗ ਹੈ, ਆਦਿ, ਵਿਆਧੀ ਤੇ ਉਪਾਧੀ। ਆਦਿ ਕੀਤੇ ਹੋਏ ਕਰਮਾਂ ਦੇ ਫਲ, ਉਪਾਧੀ ਗਲਤੀਆਂ ਦਾ ਫਲ, ਤੇ ਵਿਆਧੀ ਗਲਤੀਆਂ ਦਾ ਫਲ, ਤੇ ਉਪਾਧੀਆਂ ਹੈ ਲੜਾਈਆਂ ਝਗੜਿਆਂ ਦਾ ਫਲ। ਕਿੰਨੇ ਲੋਕ ਡਾਕਟਰਾਂ ਕੋਲੇ ਪਏ ਆ ਤੇ ਕਿੰਨੇ ਲੋਕ ਜੇਲ੍ਹਾਂ 'ਚ ਬੈਠੇ ਆ, ਤੇ ਆ ਕਚਹਿਰੀਆਂ ਸਾਰੀਆਂ ਇਹਨਾਂ ਗਲਤੀਆਂ ਕਰਕੇ ਭਰੀਆਂ ਪਈਆਂ। ਨਹੀਂ ਤਾਂ ਸਾਰੇ ਘਰੇ ਵਗ ਜਾਣ ਵਕੀਲ ਉੱਠ ਕੇ। ਕਹੋ ਸਤਿਨਾਮ। ਜੇ ਗੁਰਬਾਣੀ ਪੜ੍ਹੀਏ, ਪਰ ਨਹੀਂ, ਪਰਮੇਸ਼ਰ ਨੇ ਸਿਸਟਮ ਹੀ ਐਸਾ ਚਲਾਇਆ ਹੋਇਆ। ਇਸ ਕਰਕੇ ਗੁਰੂ ਪਿਆਰਿਓ, ਇਹ ਬਿਮਾਰੀਆਂ ਦੀ ਜੜ ਨੂੰ ਕੱਟਣ ਵਾਲੀ ਬਾਣੀ ਆ। ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੈ ਜਮ ਕੀ ਫੰਦਾ। ਜਿਨ੍ਹਾਂ ਨਹੀਂ ਸਮਝ, ਉਹ ਗੁਰੂ ਪਿਆਰਿਓ ਇਸ ਤਰ੍ਹਾਂ ਭਟਕ ਰਹੇ ਹੈ। ਰਾਜਨੀਤੀ ਵਾਲੇ ਵੀ ਭਟਕ ਰਹੇ ਨੇ। ਉਹ ਸਾਨੂੰ ਲੜਾ ਕੇ ਆਪਣੀ ਰਾਜਨੀਤੀ ਕਾਇਮ ਰੱਖਦੇ ਆ। ਪਾੜੋ ਤੇ ਰਾਜ ਕਰੋ ਵਾਲੀ ਨੀਤੀ ਉਹ ਵਰਤਦੇ ਆ, ਸਾਨੂੰ ਲੜਾ ਦਿੰਦੇ ਆ। ਹਿੰਦੂ ਸਿੱਖ ਕਰਕੇ, ਮੁਸਲਮਾਨ ਹਿੰਦੂ ਕਰਕੇ, ਆਦਿ ਕਰਕੇ ਲੜਾ ਦਿੰਦੇ ਆ। ਪਰ ਗੁਰੂ ਸਾਹਿਬ ਨੇ ਸਭ ਨੂੰ ਇਕੱਠੇ ਕੀਤਾ ਵੀ ਲੜਨਾ ਨਹੀਂ। ਜੇ ਸਾਡੀਆਂ ਲੜਾਈਆਂ ਨਾ ਹੋਣ ਤੇ ਆ ਕਚਹਿਰੀਆਂ ਬੰਦ ਹੋ ਜਾਣ। ਕਹੋ ਸਤਿਨਾਮ ਸ੍ਰੀ। ਪਰ ਉਹਨਾਂ ਨੇ ਚਾਲੂ ਰੱਖੀਆਂ ਹੋਈਆਂ ਸਾਨੂੰ ਲੜਾ ਕੇ। ਗੁਰੂ ਕਿਰਪਾ ਕਰਨ, ਇਹਨਾਂ ਨੂੰ ਵੀ ਗਿਆਨ ਬਖਸ਼ਣ, ਉਹਨਾਂ ਨੂੰ ਵੀ ਮੱਤ ਬਖਸ਼ਣ। ਪਾਤਸ਼ਾਹ ਜੀ ਕਹਿੰਦੇ ਜਦੋਂ ਅੰਦਰ ਸਮਝ ਆ ਗਈ, ਗੁਰ ਪ੍ਰਸਾਦੀ ਸੱਚ ਨਦਰੀ ਆਵੇ, ਸੱਚੇ ਹੀ ਸੁਖ ਪਾਵਣਿਆ। ਜਦੋਂ ਸੱਚ ਦੀ ਸਮਝ ਆ ਗਈ ਤੇ ਸੱਚ ਨੂੰ ਹਮੇਸ਼ਾ ਆਪਣੇ ਨਾਲ ਜਾਣਿਆ, ਤੇ ਸੱਚ ਤੇ ਖੜੇ, ਸੱਚ ਦਾ ਸਾਥ ਦਿੱਤਾ, ਸੱਚੇ ਦਾ ਸਾਥ ਦਿੱਤਾ।
मैं 5-7 मिनटां बाद समाप्ति करते हैं। प्रीतम जी कहते इस तरह गुरु प्यारिओ सच सलाही सदा हजूरे गुर कै शब्द रहा भरपूरे गुर प्रसादी सच नदरी आवे। गुरु की कृपा नाल समझ आउणी आ सच दी की सच आ की झूठ आ। प्रीतम जी कहते सच्चे ही सुख पावने आ। जिदे सच की समझ आ गई सच ते चल पे जीवन सुखदाई हो जाऊगा। वो सच दे चले सी वो चरखड़ी उत्ते भी नाम जप गए आरे नाल चीरे होए भी नाम जप गए। वो सच दे नाल खड़े सी वो ते झूठ ते खड़े एसियां विच पए भी तड़फी जाते होणगे। को सतनाम जिन्हां ने झूठ का साथ दिता वो गुरु प्यारो सुखां दे विच भी दुखी हुंदे है ते जिन्हां ने सच दे नाल खड़ना कीता वो दुखां विच भी सुखी रहे। को सतनाम श्री। प्रीतम जी कहते सच्चे ही सुख पावणिया सच मन अंदर रहा समाए। जदों साडे मन दे अंदर सच आ गया सदा सच नेचल आवे ना जाए ते ओ सच विच मिल के ओ मन ओ जीव आत्मावां सच्चियां हो गईयां अमर हो गईयां। सच्चे लागै सो मन निर्मल। जिहड़े सच नाल जुड़नगे उन्हां नूं झूठ बोलण दी की लोड़ है। जिहड़े सच नाल जुड़नगे उन्हां नूं ठगियां मारन दी की लोड़ है। वो निर्मल हो गए। निर्मल हो के उहदे विच मिलिया जा सकता है। किव सच्चिआरा होई है किव कूड़ा टुटै पाल हुक्म रजाई चलना नानक लिखिया नाल। सच्चे लागे सो से मन निर्मल गुरमती सच समावणिया। पर यह गल गुरु की मत लैके समझ आउणी है। गुरु की मत नेड़े बैठण नूं तैयार नहीं मनुख। को सतनाम सी। स्वार्थी हो गया मनुख भी बस बारी बारी तौर पर अपने स्वार्थ पूरे करता है। ना तड़के उठ के नहाना पवे ना सानू अमृत नहीं छकिया जाता। जे अमृत छकांगे फिर तड़के उठ के गुरुद्वारे जाना पऊगा। ये काम औखा लगता। किसी कोने मोने साध कोले चलते हैं उत्थे कोई मर्यादा नहीं कोई लोड़ नहीं। जदों मर्जी उठो जदों मर्जी नहाओ जदों मर्जी ना नहाओ। को सतनाम। इसे करके दुनिया स्वार्थी है ना। सौखा काम भालदी आ रेडीमेड भालदी आ। पर गुरबाणी कहती ये चीज़ रेडीमेड नहीं मिलती बाकी मिल सकती। ये तो सेवा सिमन करके मिलना। आखिरी पंक्तियों में बाबा जी कहते सच्चे लागे सो मन निर्मल गुरमती सच समावणिया। सच सलाही अवर न को तां ते सिखो सच ते पहरा दिओ। बस जे परमेश्वर भी है तो उन्होंने भी आड़ सच जुगाड़ सच कहा। तो यदा दूजा अर्थ ये भी है कि सच हमेशा रहने वाला है। पहला भी सीगा अज भी है भी सच नानक होसी भी सच हमेशा सच रहने वाला है। कूड़न खुटे नानका ओढ़क सच रही। सच हमेशा रहूगा झूठ एक दिन प्रगट होकर खत्म हो ही जाना। मेरे प्रीतम जी कहते सच सलाही अवर ना कोई। आओ सच दे नाल खड़िए आपां सच का साथ दईए। जित सेवे आ सदा सुख होई क्योंकि सच दे खड़ के सुख मिलना। नानक नाम रते विचारी। जिहड़े नानक जी कहते हैं तीजे नानक गुरु अमरदास जी कहते हैं जिहड़े नाम दे नाल रंगे गए जिन्हां ने विचार कर लई सच्चो सच कमावने आ उन्हां दे जीवन विच सच आ गया। वो हमेशा सच नाल जुड़ गए। इसी पवित्र शब्द दे विचार सच नाल जुड़न तो बाद की होया। अगला शब्द लड़ीवार है ना बाणी। अगले शब्द च पातशाह कहने निर्मल शब्द निर्मल है बाणी। ये बाणी ये शब्द निर्मल हैं। निर्मल जोत सा माहे समाणी। जदों ये बाणी साडे विच चली गई निर्मल बाणी हर सा लाही। जप हर निर्मल मैल गवावणे। साडियां मैलां भी ला देनियां। भरीए मत पापा कै संग धोपै नावै के रंग। इस करके भरीए हथ पैर तन दे पानी धोता उतर सखेह। मूत पलीती कपड़ होए दे साबून लईया ओ धोए। भरीए मत पापा कै संग धोपै नावै के रंग। इस करके आओ गुरु कृपा करन नाम नाल जुड़िए। गुरबाणी नूं विचारन दी लोड़ है। गुरबाणी नाल जुड़न दी लोड़ है। सानूं गुरबाणी तो जीवन जाच सिੱਖਣ ਦੀ ਲੋੜ है। गुरु पातशाह कृपा करन। ਰਹਿੰਦੀਆਂ ਵਿਚਾਰਾਂ ਕੱਲ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਅਗਲੇ ਸ਼ਬਦ ਦੇ ਵਿਚਾਰ ਹੁਣ ਇੱਥੇ ਰੋਕਣ ਦੀ ਆਗਿਆ ਬਖਸ਼ੋ। ਬੋਲਦਿਆਂ ਨੇਕਾਂ ਅੱਖਰ ਬਾਅਦ ਘਾਟ ਹੋ ਜਾਂਦੇ। ਸਿੱਖ ਸੰਗਤਾਂ ਤੇ ਸਤਿਗੁਰੂ ਬਖਸ਼ਣ ਯੋਗ ਹੈ ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਬੁਲਾਓ ਫਤਿਹ ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।